ਦੇਖੋ ਵਿਆਹ ਜੇ ਤਾਂ ਪਿਆਰ ਨਾਲ ਹੁੰਦਾ ਫਿਰ ਤਾਂ ਸ਼ਾਇਦ ਉਹ ਵੀ ਬੁਲਾ ਲੈਂਦੀ। ਨਾ ਤੁਹਾਨੂੰ ਪਿਆਰ ਸੀ, ਨਾ ਉਹਨੂੰ ਪਿਆਰ ਸੀ, ਇੱਕ ਵਪਾਰ ਸੀ। ਹੁਣ ਵਪਾਰ ਵੀ ਧੋਖਾ ਹੋ ਹੀ ਜਾਂਦਾ ਹੈ। ਜੇ ਕੁੜੀ ਨਾਲ ਕੰਟਰੈਕਟ ਮੈਰਿਜ ਹੁੰਦੀ ਹੈ, ਜੇ ਕੁੜੀ ਦੇ ਮਾਪੇ ਇੱਥੇ ਨੇ, ਮੁੰਡੇ ਦੇ ਮਾਪੇ ਇੱਥੇ ਨੇ, ਕਿ ਮੁੰਡੇ ਦੇ ਮਾਪੇ ਜਾਂ ਕੁੜੀ ਦੇ ਮਾਪੇ ਇੱਕ ਦੂਜੇ ਦੇ ਕੇਸ ਕਰ ਸਕਦੇ ਨੇ ਵੀ ਤੁਹਾਡੇ ਸਾਹਮਣੇ ਬੈਠ ਕੇ ਕੁੜੀ ਨੇ ਗੱਲ ਕਹੀ ਸੀ ਵੀ ਅਸੀਂ ਬਾਹਰ ਲੈ ਕੇ ਜਾਵਾਂਗੇ। ਤੇ ਨਾ ਕੁੜੀ ਦੇ ਪੇਰੈਂਟਸ ਮੁੰਡੇ ਦੇ ਪੇਰੈਂਟਸ ਦੇ ਖਿਲਾਫ ਕੁਝ ਕਰ ਸਕਦੇ ਆ, ਫਿਰ ਮੁੰਡੇ ਦੇ ਪੇਰੈਂਟਸ ਕੁੜੀ ਦੇ ਪੇਰੈਂਟਸ ਦੇ ਖਿਲਾਫ ਕਰ ਸਕਦੇ ਆ। ਇੱਥੇ ਕੇਸ ਹੋ ਸਕਦਾ ਹੈ ਜੇ ਕੁੜੀ ਮੁੰਡਾ ਬਾਹਰ ਬੈਠੇ ਹੋਣ ਜਾਂ ਕੁੜੀ ਮੁੰਡੇ ਨੇ ਇੱਥੋਂ ਕੇਸ ਕਰਨਾ ਹੋਵੇ ਵੀ ਮੇਰਾ ਫਰੋਡ ਹੋ ਗਿਆ, ਮੈਂ 40 ਜਾਂ 50 ਲੱਖ ਰੁਪਏ ਦਿੱਤਾ ਸੀ, ਮੈਰਿਜ ਵੈਲਿਡ ਹੋਵੇ, ਕੇਸ ਹੋ ਸਕਦਾ ਇੰਡੀਆ ਵਿੱਚ। ਤੇ ਇੱਥੇ ਤਾਂ ਕੇਸ ਬਿਲਕੁਲ ਨਹੀਂ ਹੋ ਸਕਦਾ ਉਸ ਗੱਲ ਤੇ ਕਿ ਜੀ ਇਹ ਐਗਰੀਮੈਂਟ ਸਾਡਾ ਹੋਇਆ ਸੀ, ਰਾਈਟਿੰਗ ਵਿੱਚ ਹੋਇਆ ਸੀ ਤੇ ਸਾਡੇ ਪੈਸੇ ਵਾਪਸ ਕੀਤੇ ਜਾਣ। ਆਤਮ ਹੱਤਿਆ ਕਰ ਲਈ, ਹੁਣ ਬਲੇਮ ਕੇਸ ਹੀ ਹੋਊਗਾ ਕਿ ਕੁੜੀ ਉੱਤੇ ਉਹਦੇ ਘਰ ਦੇ ਕੇਸ ਕਰ ਸਕਦੇ ਨੇ ਕਿ ਮੁੰਡੇ ਨੇ ਸਾਡੇ ਨਾਲ ਆਤਮ ਹੱਤਿਆ ਕਰ ਲਈ, ਮੈਰਿਜ ਵੀ ਵੈਲਿਡ ਸੀ, ਹੁਣ ਕੇਸ ਹੋ ਸਕਦਾ। ਹੁਣ ਅਕਸਰ ਇਹ ਲਵ ਅਫੇਅਰ ਜਾਂ ਪਿਆਰ ਦੇ ਵਿੱਚ ਬੜੀ ਵਾਰੀ ਹੁੰਦਾ ਕਿ ਜਦੋਂ ਇੱਕ ਬੰਦਾ ਜਾਂ ਇੱਕ ਲੜਕੀ ਜਾਂ ਲੜਕਾ ਪਿਆਰ ਛੱਡ ਦਿੰਦਾ ਹੈ, ਤੋੜ ਦਿੰਦਾ ਹੈ, ਕਿਸੇ ਹੋਰ ਦੇ ਪਿਆਰ ਵਿੱਚ ਪੈ ਜਾਂਦਾ ਤਾਂ ਇੱਕ ਬੰਦਾ ਇੰਨਾ ਦੁਖੀ ਹੋ ਕੇ ਸੁਸਾਈਡ ਕਰ ਲੈਂਦਾ। ਬਟ ਉਹ ਸਾਡੇ ਕਾਨੂੰਨ ਦੇ ਮੁਤਾਬਿਕ ਆਫੈਂਸ ਨਹੀਂ ਬਣਦਾ। ਕਿ ਇੱਥੋਂ ਦਾ ਵਿਅਕਤੀ ਕੈਨੇਡਾ ਜਾ ਕੇ ਵੀ ਕੇਸ ਲਗਾ ਸਕਦਾ ਜੇ ਕਿਸੇ ਨੇ ਠਾਣ ਨਹੀਂ ਲਈ ਕਿ ਨਹੀਂ ਮੈਂ ਤਾਂ ਕੇਸ ਕਰਨਾ ਹੈ, ਕਿ ਇੱਥੋਂ ਦਾ ਵਿਅਕਤੀ ਕੈਨੇਡਾ ਵਿੱਚ ਵੀ ਕੇਸ ਲਗਾ ਸਕਦਾ ਕਿ ਮੈਨੂੰ ਧੋਖਾ ਦੇ ਕੇ ਆਈ ਹੈ ਜਾਂ ਆਇਆ ਮੁੰਡਾ। ਸਵਾਈ ਮੇਨਟੇਨੈਂਸ ਦੇ ਬੱਚਿਆਂ ਦੀ ਕੇਅਰ ਕਰਨ ਦੇ ਪ੍ਰੋਪਰਟੀ ਡਿਵਾਈਡ ਕਰਨ ਤੋਂ ਇਲਾਵਾ ਉਹ ਮੁਲਕਾਂ ਵਿੱਚ ਇਹਨੂੰ ਕੋਈ ਵੱਡਾ ਸੀਰੀਅਸ ਕ੍ਰਿਮੀਨਲ ਆਫੈਂਸ ਨਹੀਂ ਸਕਦਾ। ਹੁਣ ਮੈਰਿਜ ਵੀ ਲਈ, ਸਰਟੀਫਿਕੇਟ ਵੀ ਲਈ ਬੈਠੇ ਨੇ ਵੀ ਸਾਡੇ ਨਾਲ ਇਨਸਾਫ ਕਰੋ, ਅਸੀਂ ਗੁਹਾਰ ਲਗਾਉਂਦੇ ਹਾਂ ਵੀ ਮੇਰੀ ਵਾਈਫ ਬਾਹਰ ਚਲੀ ਗਈ ਹੈ, ਧੋਖਾ ਕਰਤਾ ਉਹਨੇ, ਬੱਚੇ ਵੀ ਕਈਆਂ ਦੇ ਇੱਥੇ ਹੈਗੇ ਨੇ, ਵਾਈਫ ਬਾਹਰ ਹੈਗੀ ਹੈ। ਹੁਣ ਉਹ ਜੇ ਇਨਸਾਫ ਲੈਣਗੇ ਕਿਸ ਦਾ ਦਰਵਾਜ਼ਾ ਖੜਕੇਗਾ, ਕਿਸ ਨੂੰ ਕਹਿਣ ਜਾ ਕੇ ਵੀ ਸਾਨੂੰ ਇਨਸਾਫ ਦਿਓ। ਇਨ ਦਾ ਸੈਂਸ ਕਿ ਉਹਨੇ ਤੁਹਾਡੇ ਨਾਲ ਝੂਠ ਬੋਲ ਕੇ ਵਿਆਹ ਕੀਤਾ ਤਾਂ ਉਹਦੇ ਨਾਲ ਚੀਟਿੰਗ ਦਾ ਸਟੈਬਲਿਸ਼ ਹੋ ਸਕਦੀ ਹੈ, ਪਰ ਚੀਟਿੰਗ ਦੀ ਪ੍ਰੋਸੀਕਿਊਸ਼ਨ ਨਾਲ ਉਹਨਾਂ ਨੂੰ ਇੱਥੇ ਵਾਪਸ ਲਿਆ ਕੇ ਸਜ਼ਾ ਦਿਵਾਉਣਾ ਇਹ ਬਹੁਤ ਮੁਸ਼ਕਿਲ ਕੰਮ ਹੈ, ਆਲਮੋਸਟ ਇੰਪੋਸੀਬਲ। ਤੂੰ ਮੇਰੇ ਨਾਲ ਵਿਆਹ ਕਰਾ ਲੈ, ਮੈਂ ਤੇਰੇ ਤੇ ਆਈਲੈਟਸ ਦੇ ਪੈਸੇ ਲਗਾਉਂਗਾ, ਤੂੰ ਬਾਹਰ ਚਲੀ ਜਾਏਗੀ, ਬਾਅਦ ਚ ਮੈਨੂੰ ਕੈਨੇਡਾ ਦੇ ਵਿੱਚ ਬੁਲਾ ਲਈ। ਉਹ ਜੋ ਕਾਗਜ਼ ਤੇ ਲਿਖਿਆ ਜਾਂਦਾ ਉਹ ਕਿਤੇ ਵੈਲਿਡ ਹੁੰਦਾ? ਜੇ ਕੋਰਟ ਵਿੱਚ ਉਸੇ ਕਾਗਜ਼ ਨੂੰ ਦਿਖਾ ਕੇ ਕੇਸ ਕਰਨਾ ਪੈ ਜਾਂਦਾ ਮੁੰਡੇ ਜਾਂ ਕੁੜੀ ਤੇ, ਉਹ ਵੈਲਿਡ ਮੰਨੇਗੀ ਕੋਰਟ ਉਹਨੂੰ। ਤਾਂ ਇਸ ਕਰਕੇ ਜਦੋਂ ਦੋਨੋਂ ਪਾਰਟੀਆਂ ਦੀ ਇੰਟੈਂਸ਼ਨਲੀ ਬਾਹਰ ਜਾਣਾ ਹੈ ਤੇ ਦੋਨਾਂ ਦੀ ਪਾਰਟੀ ਤੇ ਇੱਕ ਪਾਰਟੀ ਪਹੁੰਚ ਜਾਂਦੀ ਹੈ ਤਾਂ ਦੂਜੀ ਨਹੀਂ ਪਹੁੰਚ ਸਕਦੀ, ਤਾਂ ਉਹਨੂੰ ਇਸ ਕਰਕੇ ਚੀਟਿੰਗ ਨਹੀਂ ਕਰ ਸਕਦੇ ਕਿਉਂਕਿ ਅਲਟੀਮੇਟਲੀ ਤੁਸੀਂ ਇੱਕ ਐਗਰੀਮੈਂਟ ਕਰ ਰਹੇ ਹੋ ਐਪਰੈਂਟਲੀ ਤਾਂ ਵਿਆਹ ਦਾ, ਬਟ ਉਹਦੀ ਇੰਟੈਂਸ਼ਨ ਕੁਝ ਹੋਰ ਹੈ। ਸੋ ਐਗਰੀਮੈਂਟ ਵੀ ਸਿੰਸੀਅਰਲੀ ਨਹੀਂ ਕੀਤਾ ਜਾਂਦਾ, ਇਸ ਕਰਕੇ ਉਹਦਾ ਕੁਝ ਬਣਦਾ ਨਹੀਂ ਹੈ ਕਾਨੂੰਨ ਦੇ ਵਿੱਚ ਜਾਂ ਕੋਰਟ ਵਿੱਚ, ਮੋਸਟਲੀ ਤੁਹਾਨੂੰ ਕੋਈ ਰਿਲੀਫ ਨਹੀਂ ਮਿਲੇਗਾ। ਕੀ ਸਾਡਾ ਸੰਵਿਧਾਨ ਆਗਿਆ ਦਿੰਦਾ ਕੰਟਰੈਕਟ ਮੈਰਿਜ ਕਰਕੇ ਕੁੜੀ ਜਾਂ ਮੁੰਡਾ ਬਾਹਰ ਵਿਦੇਸ਼ਾਂ ਵਿੱਚ ਜਾ ਸਕਦੇ ਨੇ? ਤੁਸੀਂ ਇਕੱਠੇ ਰਹਿ ਸਕਦੇ ਹੋ ਕੰਟਰੈਕਟ ਕਰਕੇ, ਉਹਨੂੰ ਲਿਵ ਇਨ ਰਿਲੇਸ਼ਨਸ਼ਿਪ ਬਣਾ ਸਕਦੇ ਹੋ, ਬਟ ਸ਼ਾਦੀ ਦਾ ਸਟੇਟਸ ਨਹੀਂ ਹੁੰਦਾ। ਕੋਰਟ ਦੀ ਗੱਲ ਕੀਤੀ ਹੈ, ਇਸ ਵਿੱਚੋਂ ਵਿਆਹ ਕਰਾ ਕੇ ਕੁੜੀ ਬਾਹਰ ਚਲੇ ਜਾਂਦੀ ਹੈ, ਉਹ ਮੁੰਡੇ ਨੂੰ ਨਹੀਂ ਬੁਲਾਉਂਦੀ, ਇਸ ਉੱਪਰ ਕੋਈ ਕੇਸ ਬਣ ਸਕਦਾ? ਉਹ ਬਾਹਰ ਜਾ ਕੇ ਬੁਲਾਉਣ ਦੇ ਬਜਾਏ ਉਹ ਕਰ ਲੈਂਦੀ ਹੈ ਡਾਈਵੋਰਸ ਦੇ ਦਿੰਦੀ ਹੈ, ਆਪ ਕਿਤੇ ਹੋਰ ਵਿਆਹ ਕਰ ਲੈਂਦੀ ਤੇ ਉਹਦੇ ਵਿੱਚ ਵੀ ਕੋਈ ਆਫੈਂਸ ਨਹੀਂ ਬਣਦਾ। ਤੁਸੀਂ ਕੋਰਟ ਵਿੱਚ ਜਾ ਕੇ ਉਹਨੂੰ ਇਨਫੋਰਸ ਨਹੀਂ ਕਰ ਸਕਦੇ, ਚਾਹੇ ਤੁਹਾਡੇ ਜਿੰਨੇ ਮਰਜ਼ੀ ਪੈਸੇ ਲੱਗੇ ਹੋਣ, ਚਾਹੇ ਕੰਟਰੈਕਟ ਵਿੱਚ ਲਿਖਿਆ ਹੋਵੇ ਕਿ ਜੇ ਤੁਸੀਂ ਨਹੀਂ ਮੈਨੂੰ ਬੁਲਾਇਆ ਤਾਂ 50 ਲੱਖ ਰੁਪਏ ਵਾਪਸ ਦਵਾਂਗੇ। ਫਿਰ ਉਹ ਡਿਵੋਰਸ ਦੇ ਸਕਦੀ ਹੈ? ਪੰਜਾਬ 'ਚ ਮੁੰਡਾ ਇੱਥੇ ਬੈਠਾ, ਕੁੜੀ ਬਾਹਰ ਹੈ, ਕੁੜੀ ਡਿਵੋਰਸ ਫਾਈਲ ਕਰ ਸਕਦੀ ਹੈ, ਉਹ ਡਿਵੋਰਸ ਹੋ ਜਾਂਦਾ ਇਸ ਤਰੀਕੇ ਨਾਲ। ਪਰ ਜਿੱਥੇ ਬੱਚੇ ਨਾ ਹੋਣ, ਦੋ ਪਾਰਟੀਆਂ ਹੋਣ, ਚਾਹੇ ਹਸਬੈਂਡ ਹੋਏ ਨਾ ਹੋਵੇ, ਉਹਨਾਂ ਨੇ ਨੋਟਿਸ ਛਾਪਣਾ ਜਾਂ ਨੋਟਿਸ ਭੇਜ ਦੇਣਾ ਤੇ ਆਟੋਮੈਟਿਕਲੀ ਡਿਵੋਰਸ ਦੇ ਦੇਣਾ। ਪਿਛਲੇ ਕਈ ਦਿਨਾਂ ਤੋਂ ਧੋਖਾਧੜੀ ਦੇ ਕੇਸ ਲਗਾਤਾਰ ਹੀ ਸਾਹਮਣੇ ਆ ਰਹੇ ਨੇ। ਮੁੰਡਾ ਇੱਥੇ ਹੈ, ਕੁੜੀ ਵਿਆਹ ਕਰਕੇ ਚਲੇ ਜਾਂਦੀ ਹੈ, ਬਾਅਦ 'ਚ ਮੁੰਡੇ ਨੂੰ ਬੁਲਾਉਂਦੀ ਨਹੀਂ, ਜਾਂ ਕੁੜੀ ਇੱਥੇ ਹੈ, ਮੁੰਡਾ ਵਿਆਹ ਕਰਕੇ ਚਲਾ ਜਾਂਦਾ ਹੈ, ਮੁੰਡਾ ਕੁੜੀ ਨੂੰ ਬਾਹਰ ਨਹੀਂ ਬੁਲਾਉਂਦਾ। ਹੁਣ ਕਾਨੂੰਨ ਕੀ ਕਹਿੰਦਾ? ਜੇ ਆਪਾਂ ਕਾਨੂੰਨ ਦੀ ਗੱਲ ਕਰਾਂਗੇ, ਲਗਾਤਾਰ ਹੀ ਸੋਸ਼ਲ ਮੀਡੀਆ ਦੇ ਉੱਤੇ ਕਈ ਮੁੰਡੇ ਜਾਂ ਕੁੜੀਆਂ ਸਾਹਮਣੇ ਆਈਆਂ ਨੇ ਵੀ ਸਾਡੇ ਨਾਲ ਧੋਖਾ ਹੋ ਗਿਆ, ਵਿਆਹ ਕਰਵਾ ਕੇ ਮੁੰਡਾ ਜਾਂ ਕੁੜੀ ਬਾਹਰ ਚਲੇ ਗਏ ਨੇ, ਪਿੱਛੋਂ ਆਪਣੇ ਜੀਵਨ ਸਾਥੀ ਨੂੰ ਬਾਹਰ ਨਹੀਂ ਬੁਲਾਇਆ। ਕਾਨੂੰਨ ਦੀ ਗੱਲ ਕਰਾਂਗੇ, ਸਾਡਾ ਸੰਵਿਧਾਨ ਕੀ ਕਹਿੰਦਾ ਕਿ ਵਾਕਈ ਹੀ ਇਸ ਸਿਚੁਏਸ਼ਨ ਦੇ ਵਿੱਚ ਕੇਸ ਹੋ ਸਕਦਾ ਹੈ? ਜੇ ਮੁੰਡਾ ਜਾਂ ਕੁੜੀ ਬਾਹਰ ਧੋਖਾ ਕਰਕੇ ਚਲੇ ਗਏ ਨੇ, ਜੋ ਇੱਥੇ ਕੁੜੀ ਜਾਂ ਮੁੰਡਾ ਹੈਗੇ ਨੇ ਉਹ ਬਾਹਰ ਗਏ, ਉਹਨਾਂ ਤੇ ਕੇਸ ਕਰ ਸਕਦੇ ਨੇ? ਕੀ ਕੋਈ ਸਾਨੂੰ ਕਾਨੂੰਨ ਇਹੋ ਜਿਹੀ ਆਗਿਆ ਦਿੰਦਾ? ਉਹ ਕੰਟਰੈਕਟ ਮੈਰਿਜ ਨੂੰ ਬੜਾ ਲੈ ਕੇ ਇੱਕ ਚਲਨ ਚੱਲਿਆ ਹੋਇਆ ਸੀ ਵੀ ਕੰਟਰੈਕਟ ਮੈਰਿਜ ਕਰਕੇ ਮੁੰਡੇ ਕੁੜੀਆਂ ਬਾਹਰ ਜਾਂਦੇ ਨੇ, ਕਿ ਵਾਕਈ ਹੀ ਸੰਵਿਧਾਨ ਦੇ ਵਿੱਚ ਲਿਖਿਆ ਕਿਤੇ ਕੰਟਰੈਕਟ ਮੈਰਿਜ ਕਰਕੇ ਮੁੰਡੇ ਜਾਂ ਕੁੜੀ ਬਾਹਰ ਜਾ ਸਕਦੇ ਨੇ? ਸੁਸਾਈਡ ਦੀ ਵੀ ਗੱਲ ਹੋ ਜਾਂਦੀ ਹੈ, ਇੱਕ ਨੌਜਵਾਨ ਸੁਸਾਈਡ ਕਰ ਜਾਂਦਾ, ਕਿ ਵਾਕਈ ਹੀ ਕਾਨੂੰਨ ਦੇ ਵਿੱਚ ਕਿਤੇ ਲਿਖਿਆ ਕਿ ਸੁਸਾਈਡ ਜਦੋਂ ਮੁੰਡੇ ਨੇ ਕਰ ਲਿਆ, ਉਸ ਤਹਿਤ ਸੰਵਿਧਾਨ ਦੇ ਤਹਿਤ ਕੁੜੀ ਦੇ ਉੱਤੇ ਕੋਈ ਕੇਸ ਬਣ ਸਕਦਾ? ਸੰਵਿਧਾਨ ਤੇ ਤੱਥਾਂ ਦੇ ਨਾਲ ਗੱਲ ਕਰਾਂਗੇ, ਕਿਹੜੇ ਕਿਹੜੇ ਸੈਸ਼ਨ ਨੇ ਕਿ ਡੋਰੀ ਦਾ ਵੀ ਕੇਸ ਹੋ ਸਕਦਾ ਹੈ,
ਇਸ ਉੱਪਰ ਵੀ ਚਰਚਾ ਕਰਾਂਗੇ। ਜੇ ਮੁੰਡਾ ਜਾਂ ਕੁੜੀ ਬਾਹਰ ਜਾਂਦੇ ਨੇ, ਜਦੋਂ ਪੈਸੇ ਦਾ ਲੈਣ ਦੇਣ ਹੁੰਦਾ ਹੈ, ਕਿ ਡੋਰੀ ਰਾਹੀਂ ਵੀ ਇਸ ਉੱਪਰ ਕੇਸ ਚੱਲ ਸਕਦਾ ਹੈ। ਮੁੱਦਾ ਅਹਿਮ ਹੈ, ਇਸ਼ੂ ਅਹਿਮ ਹੈ, ਸੁਣਨਾ ਤੁਹਾਡਾ ਫਰਜ਼ ਹੈ ਕਿ ਇਹ ਮੁੱਦਾ ਜਾਂ ਇਹ ਕਾਨੂੰਨ ਸਾਨੂੰ ਕੀ ਕਹਿੰਦਾ ਹੈ, ਕਾਨੂੰਨ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਆਗਿਆ ਦਿੰਦਾ ਹੈ। ਆਪਣਾ ਭਵਿੱਖ ਖਰਾਬ ਕਰਨ ਤੋਂ ਪਹਿਲਾਂ ਇੰਟਰਵਿਊ ਸੁਣ ਲੈਣਾ ਕਿ ਆਰਐਸ ਬੈਂਸ ਇਸ ਉੱਤੇ ਕੀ ਕਹਿਣਾ ਚਾਹੁੰਦੇ ਨੇ, ਕੀ ਸੰਵਿਧਾਨ ਹੈ ਤੇ ਕੀ ਕਾਨੂੰਨ ਹੈ। ਕਿਉਂਕਿ ਜੇ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ, ਕਿਸੇ ਤੇ ਕੇਸ ਵੀ ਕਰਨਾ ਹੈ, ਤਾਂ ਸੰਵਿਧਾਨ ਤੇ ਕਾਨੂੰਨ ਦੇ ਹੇਠਾਂ ਹੀ ਰਹਿ ਕੇ ਕਰ ਸਕਦੇ ਹੋ। ਆਰਐਸ ਬੈਂਸ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਰ, ਲਗਾਤਾਰ ਹੀ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇੱਕ ਨੌਜਵਾਨ ਦੀ ਆਤਮ ਹੱਤਿਆ ਕਰ ਲੈਂਦਾ, ਇੱਕ ਕੁੜੀ ਬਾਹਰ ਚਲੀ ਜਾਂਦੀ ਹੈ। ਉਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਬੜੇ ਨੌਜਵਾਨ ਸਾਹਮਣੇ ਆ ਗਏ ਵੀ ਸਾਡੇ ਨਾਲ ਧੋਖਾ ਹੋ ਗਿਆ। ਪਹਿਲਾਂ ਮੇਰਾ ਸਵਾਲ ਇਹੀ ਹੈ, ਕੰਟਰੈਕਟ ਮੈਰਿਜ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਜਾਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕੰਟਰੈਕਟ ਮੈਰਿਜ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕੀ ਸਾਡਾ ਸੰਵਿਧਾਨ ਆਗਿਆ ਦਿੰਦਾ ਕੰਟਰੈਕਟ ਮੈਰਿਜ ਕਰਕੇ ਕੁੜੀ ਜਾਂ ਮੁੰਡਾ ਬਾਹਰ ਵਿਦੇਸ਼ਾਂ ਵਿੱਚ ਜਾ ਸਕਦੇ ਨੇ? ਦੇਖੋ, ਸਿੰਪਲ ਕੰਟਰੈਕਟ ਨਾਲ ਮੈਰਿਜ ਨਹੀਂ ਹੁੰਦੀ। ਮੈਰਿਜ ਤਾਂ ਹੁੰਦੀ ਹੈ ਸੈਰੇਮਨੀਜ਼ ਨਾਲ। ਆਨੰਦ ਕਾਰਜ ਜਦ ਤੱਕ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ 4 ਫੇਰੇ ਨਹੀਂ ਲੈਂਦੇ, ਉਸ ਤੋਂ ਇਲਾਵਾ ਉਸ ਤੋਂ ਨਾਲ ਹੀ ਮੈਰਿਜ ਨੂੰ ਵੈਲਿਡ ਮੰਨਿਆ ਜਾਂਦਾ। ਜਾਂ ਤੁਸੀਂ ਸਪੈਸ਼ਲ ਮੈਰਿਜ ਐਕਟ ਦੇ ਤਹਿਸੀਲਦਾਰ ਦੇ ਸਾਹਮਣੇ ਉਹ ਕੰਟਰੈਕਟ ਵੈਲਿਡ ਹੈ ਸਪੈਸ਼ਲ ਮੈਰਿਜ ਐਕਟ ਦਾ, ਬਟ ਉਹਦੇ 'ਚ ਇਹੋ ਜਿਹੀਆਂ ਕੰਡੀਸ਼ਨ ਨਹੀਂ ਲੱਗ ਸਕਦੀਆਂ। ਜਾਂ ਤੁਸੀਂ ਹਿੰਦੂ ਦੇ ਹਿਸਾਬ ਨਾਲ ਜਾਂ ਤੁਸੀਂ ਮੁਸਲਿਮ ਲਾਅ ਦੇ ਹਿਸਾਬ ਨਾਲ ਤਾਂ ਹੀ ਮੈਰਿਜ ਵੈਲਿਡ ਹੈ। ਤੁਸੀਂ ਸਿੰਪਲ ਕੰਟਰੈਕਟ ਕਰਕੇ ਕਿ ਅਸੀਂ ਹਸਬੈਂਡ ਐਂਡ ਵਾਈਫ ਬਣ ਗਏ ਤਾਂ ਕਾਨੂੰਨ ਉਹਨੂੰ ਵਿਆਹ ਨਹੀਂ ਮੰਨਦਾ। ਤੁਸੀਂ ਇਕੱਠੇ ਰਹਿ ਸਕਦੇ ਹੋ ਕੰਟਰੈਕਟ ਕਰਕੇ, ਉਹਨੂੰ ਲਿਵ ਇਨ ਰਿਲੇਸ਼ਨਸ਼ਿਪ ਤਾਂ ਬਣਾ ਸਕਦੇ ਹੋ, ਬਟ ਸ਼ਾਦੀ ਦਾ ਸਟੇਟਸ ਨਹੀਂ ਉਹਨੂੰ ਮਿਲਦਾ। ਜਿਸ ਆਪਾਂ ਕਹਿ ਦਈਏ ਲੀਗਲ ਤੌਰ ਤੇ ਗੁਰਦੁਆਰੇ ਵਿੱਚ ਤੁਸੀਂ ਹਿੰਦੂ ਐਕਟ ਦੀ ਗੱਲ ਕੀਤੀ ਹੈ, ਤਹਿਸੀਲਦਾਰ ਦੀ ਗੱਲ ਕੀਤੀ ਹੈ, ਕੋਰਟ ਦੀ ਗੱਲ ਕੀਤੀ ਹੈ, ਇਸ ਵਿੱਚੋਂ ਵਿਆਹ ਕਰਾ ਕੇ ਕੁੜੀ ਬਾਹਰ ਚਲੇ ਜਾਂਦੀ ਹੈ, ਉਹ ਮੁੰਡੇ ਨੂੰ ਨਹੀਂ ਬੁਲਾਉਂਦੀ, ਇਸ ਉੱਪਰ ਕੋਈ ਕੇਸ ਬਣ ਸਕਦਾ? ਸਪੋਜ਼ ਤੁਸੀਂ ਬਿਲਕੁਲ ਵੈਲਿਡ ਮੈਰਿਜ ਹੋ ਗਈ, ਹਸਬੈਂਡ ਐਂਡ ਵਾਈਫ ਹੋ ਤੁਸੀਂ, ਐਂਡ ਉਹ ਬਾਹਰ ਜਾ ਕੇ ਬੁਲਾਉਣ ਦੇ ਬਜਾਏ ਉਹ ਕਰ ਲੈਂਦੀ ਹੈ, ਡਾਈਵੋਰਸ ਦੇ ਦਿੰਦੀ ਹੈ, ਐਂਡ ਆਪ ਕਿਤੇ ਹੋਰ ਵਿਆਹ ਕਰ ਲੈਂਦੀ ਉੱਥੇ, ਅਤੇ ਉਹਦੇ ਵਿੱਚ ਵੀ ਕੋਈ ਓਫੈਂਸ ਨਹੀਂ ਬਣਦਾ। ਕਿਉਂਕਿ ਸਾਡੇ ਕੰਟਰੈਕਟ ਐਕਟ ਦੇ ਹਿਸਾਬ ਨਾਲ ਜੇ ਤੁਸੀਂ ਕੋਈ ਵੀ ਐਗਰੀਮੈਂਟ ਕਰੋਗੇ ਕਿ ਬਈ ਤੁਸੀਂ ਆਹ ਇੰਨੇ ਪੈਸੇ ਲੈ ਲਓ, ਮੈਂ ਤੁਹਾਨੂੰ ਭੇਜਦਾ, ਤੂੰ ਹੁਣ ਉੱਥੇ ਜਾ ਕੇ ਮੈਨੂੰ ਬੁਲਾਉਣਾ ਹੀ ਬੁਲਾਉਣਾ ਹੈ, ਤਾਂ ਤੂੰ ਤੂੰ ਡਾਈਵੋਰਸ ਨਹੀਂ ਲੈਣਾ ਅਤੇ ਮੈਨੂੰ ਹੀ ਬੁਲਾਉਣਾ, ਤਾਂ ਮੇਰੀ ਵਾਈਫ ਮਗਰ ਰਹਿਣਾ। ਅਤੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜੇ ਕੋਈ ਵੀ ਕੰਟਰੈਕਟ ਵਿੱਚ ਤੁਸੀਂ ਕੋਈ ਰਿਸਟ੍ਰਿਕਸ਼ਨ ਲਾਉਂਦੇ ਹੋ ਦੂਸਰੇ ਬੰਦੇ 'ਤੇ ਕਿ ਉਹ ਵਿਆਹ ਕਰਾ ਸਕਦੀ ਹੈ ਜਾਂ ਵਿਆਹ ਨਹੀਂ ਕਰਾ ਸਕਦੀ, ਡਿਵੋਰਸ ਲੈ ਸਕਦੀ ਜਾਂ ਡਿਵੋਰਸ ਨਹੀਂ ਲੈ ਸਕਦੀ, ਇਹਨੂੰ ਆਪਾਂ ਕਹਿੰਦੇ ਹਾਂ ਕਿ ਮੈਰਿਜ ਦੇ ਵਿੱਚ ਤੁਸੀਂ ਰਿਸਟ੍ਰਿਕਸ਼ਨ ਕਰ ਰਹੇ ਹੋ। ਸਾਰੀਆਂ ਐਗਰੀਮੈਂਟ ਜਿਨ੍ਹਾਂ 'ਤੇ ਰਿਸਟ੍ਰਿਕਸ਼ਨ ਲੱਗ ਰਿਹਾ ਮੈਰਿਜ 'ਤੇ ਜਾਂ ਮੈਰਿਜ ਕਰਵਾਉਣ 'ਤੇ ਜਾਂ ਮੈਰਿਜ ਤੋੜਨ 'ਤੇ, ਉਹ ਸਾਰੀਆਂ ਸਾਡੇ ਕੰਟਰੈਕਟ ਐਕਟ ਦੇ ਮੁਤਾਬਿਕ ਅਵੈਧ ਹੈ, ਵੋਇਡ ਹੈ। ਤੁਸੀਂ ਕੋਰਟ ਵਿੱਚ ਜਾ ਕੇ ਉਹਨੂੰ ਇਨਫੋਰਸ ਨਹੀਂ ਕਰ ਸਕਦੇ, ਚਾਹੇ ਤੁਹਾਡੇ ਜਿੰਨੇ ਮਰਜ਼ੀ ਪੈਸੇ ਲੱਗੇ ਹੋਣ, ਚਾਹੇ ਕੰਟਰੈਕਟ ਵਿੱਚ ਲਿਖਿਆ ਹੋਵੇ ਕਿ ਜੇ ਤੁਸੀਂ ਨਹੀਂ ਮੈਨੂੰ ਬੁਲਾਇਆ ਤਾਂ 50 ਲੱਖ ਰੁਪਏ ਵਾਪਸ ਦਓਗੇ, ਜੇ ਤੂੰ ਮੇਰੀ ਜੋ ਉੱਥੇ ਡਿਵੋਰਸ ਲਿਆ ਤਾਂ ਤੁਸੀਂ ਮੇਰੇ ਵਾਪਸ ਲਾਓਗੇ। ਮਗਰ ਸਾਡੇ ਕੰਟਰੈਕਟ ਐਕਟ ਵਿੱਚ ਕੁਛ ਗੱਲਾਂ ਲਿਖੀਆਂ ਕਿ ਸਾਰੇ ਕੰਟਰੈਕਟ ਵੈਲਿਡ ਨਹੀਂ ਹੁੰਦੇ, ਸਾਰੀਆਂ ਐਗਰੀਮੈਂਟਸ ਵੈਲਿਡ ਨਹੀਂ ਹੁੰਦੀਆਂ। ਕੁਛ ਐਗਰੀਮੈਂਟਸ ਪਬਲਿਕ ਪਾਲਿਸੀ ਦੇ ਖਿਲਾਫ ਹੁੰਦੀਆਂ, ਜਿਹੜੀਆਂ ਪਬਲਿਕ ਪਾਲਿਸੀ ਵਿੱਚ ਕੀ ਹੈ ਕਿ ਤੁਸੀਂ ਕਿਸੇ 'ਤੇ ਰਿਸਟ੍ਰਿਕਸ਼ਨ ਨਹੀਂ ਲਾ ਸਕਦੇ, ਉਹਦੇ ਵਿਆਹ ਸ਼ਾਦੀ 'ਤੇ ਜਾਂ ਡਿਵੋਰਸ 'ਤੇ। ਇਸੇ ਤਰ੍ਹਾਂ ਤੁਸੀਂ ਕੋਈ ਅਪਰਾਧ ਕਰਨ ਲਈ ਕੋਈ ਐਗਰੀਮੈਂਟ ਨਹੀਂ ਕਰ ਸਕਦੇ ਕਿ ਚਲੋ ਇਕੱਠੇ ਰਲ ਕੇ ਆਪਾਂ ਚੋਰੀ ਕਰਦੇ ਹਾਂ ਤਾਂ ਮੈਂ ਤੁਹਾਨੂੰ 2 ਲੱਖ ਰੁਪਏ ਦਿੰਦਾ। ਇਹ ਸਾਰੀਆਂ ਗੱਲਾਂ ਕਾਨੂੰਨ ਦੇ ਖਿਲਾਫ ਹੈ, ਐਂਡ ਜੇ ਕੋਈ ਕਰ ਵੀ ਲੈਂਦਾ ਹੈ ਤਾਂ ਤੁਸੀਂ ਘੱਟੋ ਘੱਟ ਕੋਰਟ ਕੋਲ ਜਾ ਕੇ ਤੁਸੀਂ ਇਹ ਨਹੀਂ ਮੰਗ ਸਕਦੇ ਕਿ ਮੇਰੇ ਹੁਣ ਪੈਸੇ ਵਾਪਸ ਦਿੱਤੇ ਜਾਣ। ਸਰ, ਜੇ ਕੋਈ ਵੈਲਿਡ ਮੈਰਿਜ ਹੋ ਜਾਂਦੀ ਹੈ ਪੰਜਾਬ ਦੇ ਵਿੱਚ, ਬਾਹਰ ਜਾ ਕੇ ਕੁੜੀ ਜੇ ਡਿਵੋਰਸ ਦੇਣਾ ਚਾਹੁੰਦੀ ਹੈ ਉਸ ਲਾਅ ਦੇ ਹਿਸਾਬ ਨਾਲ, ਜੇ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੀ ਗੱਲ ਕਰ ਲਈਏ, ਫਿਰ ਉਹ ਡਿਵੋਰਸ ਦੇ ਸਕਦੀ ਹੈ? ਪੰਜਾਬ 'ਚ ਮੁੰਡਾ ਇੱਥੇ ਬੈਠਾ, ਕੁੜੀ ਬਾਹਰ ਹੈ, ਕੁੜੀ ਡਿਵੋਰਸ ਫਾਈਲ ਕਰ ਸਕਦੀ ਹੈ, ਉਹ ਡਿਵੋਰਸ ਹੋ ਜਾਂਦਾ ਇਸ ਤਰੀਕੇ ਨਾਲ? ਅਕਸਰ ਹੋ ਜਾਂਦੇ, ਕਿਉਂਕਿ ਸਾਡੇ ਮੁਲਕ ਵਿੱਚ ਤੁਸੀਂ ਡਿਵੋਰਸ ਲੈਣ ਲਈ ਤੁਹਾਨੂੰ ਕਾਫੀ ਮੁਸ਼ਕਿਲਾਂ ਆਉਣੀਆਂ ਪੈਂਦੀਆਂ। ਜਾਂ ਤਾਂ ਦੋਨੋਂ ਮੰਨਣ ਕਿ ਅਸੀਂ ਡਿਵੋਰਸ ਕਰਨਾ, ਫਿਰ ਹੋ ਜਾਂਦਾ, ਨਹੀਂ ਤਾਂ ਇੱਕ ਸਾਈਡ ਨੂੰ ਸਾਬਤ ਕਰਨਾ ਪੈਂਦਾ ਕਿ ਉਹ ਕਰੂਅਲ ਹੈ, ਜਾਂ ਉਹਨੇ ਕੋਈ ਦੂਜਾ ਵਿਆਹ ਕਰਾ ਲਿਆ ਹੈ, ਜਾਂ ਉਹ ਮੈਂਟਲੀ ਇੰਬੈਲੈਂਸ ਹੈ, ਜਾਂ ਉਹਨਾਂ ਨੇ ਮੈਨੂੰ ਛੱਡ ਕੇ ਚਲੀ ਗਈ ਹੈ। ਇੱਦਾਂ ਦੇ ਗਰਾਊਂਡਸ ਕਰਕੇ ਤੁਹਾਨੂੰ ਸਾਬਤ ਕਰਨਾ ਪੈਂਦਾ। ਜਿਹੜਾ ਦੂਸਰੇ ਮੁਲਕ ਹੈ, ਯੂਰਪੀਅਨ, ਕੈਨੇਡਾ, ਅਮਰੀਕਾ ਦੇ ਵਿੱਚ, ਉੱਥੇ ਡਿਵੋਰਸ ਬਹੁਤ ਆਸਾਨ ਹੈ। ਉੱਥੇ ਇੱਕ ਬੰਦਾ ਸਿੰਪਲ ਕੋਰਟ ਕੋਲ ਜਾ ਕੇ ਕਹਿੰਦਾ ਕਿ ਮੈਂ ਰਹਿਣਾ ਨਹੀਂ ਚਾਹੁੰਦਾ, ਮੈਂ ਡਿਵੋਰਸ ਚਾਹੁੰਦਾ, ਤਾਂ ਕੋਰਟ 3 ਜਾਂ 4 ਮਹੀਨੇ, ਅਲੱਗ-ਅਲੱਗ ਮੁਲਕਾਂ 'ਚ ਅਲੱਗ-ਅਲੱਗ ਟਾਈਮ ਹੈ, ਉਸ ਟਾਈਮ ਤੋਂ ਬਾਅਦ ਆਟੋਮੈਟਿਕਲੀ ਡਿਵੋਰਸ ਦੇ ਦਿੰਦੀ ਹੈ। ਸੋ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਡਿਵੋਰਸ ਲੈਣਾ ਬਹੁਤ ਆਸਾਨ ਹੈ, ਇਸ ਲਈ ਉੱਥੇ ਲੜਾਈ ਝਗੜਾ ਨਹੀਂ ਹੁੰਦਾ। ਮਗਰ ਜੇ ਬੱਚੇ ਹੋਣਗੇ ਤਾਂ ਉਹਨਾਂ ਦੀ ਪ੍ਰੋਪਰਟੀ, ਬੱਚਿਆਂ ਦਾ ਇੰਤਜ਼ਾਮ ਜ਼ਰੂਰ ਕੋਰਟ ਕਰਦੀ ਹੈ। ਪਰ ਜਿੱਥੇ ਬੱਚੇ ਨਾ ਹੋਣ, 2 ਪਾਰਟੀਜ਼ ਹੋਣ, ਚਾਹੇ ਹਸਬੈਂਡ ਹੋਏ ਨਾ ਹੋਵੇ, ਉਹਨਾਂ ਨੇ ਨੋਟਿਸ ਛਾਪਣਾ ਜਾਂ ਨੋਟਿਸ ਭੇਜ ਦੇਣਾ ਅਤੇ ਆਟੋਮੈਟਿਕਲੀ ਡਿਵੋਰਸ ਦੇ ਦੇਣਾ।
ਹੁਣ ਸਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੋਰ ਵੀ ਨੌਜਵਾਨ ਸਾਹਮਣੇ ਆ ਗਏ ਨੇ, ਕੁੜੀਆਂ ਵੀ ਸਾਹਮਣੇ ਆਈਆਂ ਵੀ ਸਾਡੇ ਨਾਲ ਧੋਖਾ ਹੋ ਗਿਆ, ਮੁੰਡਾ ਜਾਂ ਕੁੜੀ ਵਿਆਹ ਕਰਕੇ ਬਾਹਰ ਚਲੇ ਗਏ ਨੇ, ਚਾਹੇ ਵੈਲਿਡ ਹੀ ਹੈ। ਹੁਣ ਜਿੰਨਾ ਪੈਸਾ ਲਗਾਇਆ, ਜੇ ਕਿਸੇ ਨੇ 50 ਲੱਖ 30 ਲੱਖ ਲਗਾਇਆ ਮੁੰਡੇ ਜਾਂ ਕੁੜੀ ਨੇ, ਕੀ ਕੇਸ ਹੋ ਸਕਦਾ ਹੈ? ਇੱਥੇ ਕੇਸ ਹੋ ਸਕਦਾ ਹੈ ਜੇ ਕੁੜੀ ਮੁੰਡਾ ਬਾਹਰ ਬੈਠੇ ਹੋਣ, ਜਾਂ ਕੁੜੀ ਮੁੰਡੇ ਨੇ ਇੱਥੋਂ ਕੇਸ ਕਰਨਾ ਹੋਵੇ ਵੀ ਮੇਰਾ ਫਰੋਡ ਹੋ ਗਿਆ, ਮੈਂ 40 ਜਾਂ 50 ਲੱਖ ਰੁਪਏ ਦਿੱਤਾ ਸੀ, ਮੈਰਿਜ ਵੈਲਿਡ ਹੋਵੇ, ਕੇਸ ਹੋ ਸਕਦਾ ਇੰਡੀਆ ਵਿੱਚ? ਕੇਸ ਇਸ ਲਈ ਨਹੀਂ ਹੋ ਸਕਦਾ ਕਿਉਂਕਿ ਉਹ ਉੱਥੇ ਉਹ ਡਿਵੋਰਸ ਦੇ ਦਿੰਦੀ ਹੈ। ਇੱਥੇ ਵਿਆਹ ਕਰਕੇ ਗਈ ਹੈ, ਉੱਥੇ ਉਹਨੇ ਡਿਵੋਰਸ ਲਿਆ, ਡਿਵੋਰਸ ਲੈਣ ਤੋਂ ਬਾਅਦ ਨਵਾਂ ਵਿਆਹ ਕਰ ਸਕਦੀ ਹੈ ਤੇ ਗੱਲ ਮੁੱਕ ਜਾਂਦੀ ਹੈ। ਤੇ ਜੇ ਉਹ ਇੱਥੇ ਤਾਂ ਕੇਸ ਬਿਲਕੁਲ ਨਹੀਂ ਹੋ ਸਕਦਾ ਉਸ ਗੱਲ ਤੇ ਕਿ ਜੇ ਇਹ ਐਗਰੀਮੈਂਟ ਸਾਡਾ ਹੋਇਆ ਸੀ, ਰਾਈਟਿੰਗ ਵਿੱਚ ਹੋਇਆ ਸੀ ਤੇ ਸਾਡੇ ਪੈਸੇ ਵਾਪਸ ਕੀਤੇ ਜਾਣ, ਕਿਉਂਕਿ ਇਹਦੇ ਵਿੱਚ ਜੇ ਐਗਰੀਮੈਂਟ ਵਿੱਚ ਇੱਕ ਕਲੌਜ਼ ਹੀ ਇਹੋ ਜਿਹਾ ਜਿਹੜਾ ਸਾਡੇ ਕੰਟਰੈਕਟ ਐਕਟ ਦੇ ਸੈਕਸ਼ਨ 23 ਦੇ ਖਿਲਾਫ ਹੈ, ਸੈਕਸ਼ਨ 26 ਦੇ ਖਿਲਾਫ ਹੈ। ਹਾਂ, ਜੇ ਉਹਨੀ ਤੁਸੀਂ ਸਾਬਤ ਕਰ ਸਕੋ ਕਿ ਉਹਨੂੰ ਜਾਣ ਤੋਂ ਪਹਿਲਾਂ, ਵਿਆਹ ਤੋਂ ਪਹਿਲਾਂ ਉਹਦੀ ਇੰਟੈਂਸ਼ਨ ਹੀ ਇਹ ਸੀ ਕਿ ਪੈਸੇ ਲੈ ਕੇ ਭੱਜ ਜਾਣਾ ਉੱਥੇ ਜਾ ਕੇ ਤੇ ਮੈਂ ਵਾਪਸ ਬੁਲਾਉਣਾ ਨਹੀਂ, ਇਹ ਕਾਫੀ ਮੁਸ਼ਕਲ ਹੁੰਦਾ ਕਾਨੂੰਨ ਦੇ ਵਿੱਚ ਸਾਬਤ ਕਰਨਾ ਕਿ ਉਹਦੀ ਜਿਹੜੀ ਸ਼ੁਰੂ ਤੋਂ ਉਹਦੀ ਇੰਟੈਂਸ਼ਨ ਸਾਨੂੰ ਚੀਟ ਕਰਨ ਦੀ ਸੀ, ਫਿਰ ਕੇਸ ਹੋ ਸਕਦਾ ਹੈ। ਬਟ ਜੇ ਤੁਹਾਡੇ ਕੋਲ ਇਹੋ ਜਿਹਾ ਕੋਈ ਸਬੂਤ ਹੋਵੇ। ਸਰ ਇੱਕ ਮੁੰਡੇ ਨੇ ਆਤਮ ਹੱਤਿਆ ਕਰ ਲਈ ਹੈ, ਸਵਾਲ ਇਹੀ ਸੀ ਕਿ ਕੁੜੀ ਬਾਹਰ ਹੈ, ਮੁੰਡਾ ਇੱਥੇ ਸੀ, ਉਸ ਵਾਰ ਕੁੜੀ ਨੇ ਬੁਲਾਇਆ ਨਹੀਂ, ਉਹ ਕੁੜੀ ਹੋਰ ਕਿਸੇ ਨਾਲ ਹੈਗੀ ਹੈ, ਆਤਮ ਹੱਤਿਆ ਕਰ ਲਈ। ਹੁਣ ਬਲੇਮ ਕੇਸ ਹੀ ਹੋਊਗਾ ਕਿ ਕੁੜੀ ਉੱਤੇ ਉਹਦੇ ਘਰ ਦੇ ਕੇਸ ਕਰ ਸਕਦੇ ਨੇ ਕਿ ਮੁੰਡੇ ਨੇ ਸਾਡੇ ਨਾਲ ਆਤਮ ਹੱਤਿਆ ਕਰ ਲਈ, ਮੈਰਿਜ ਵੀ ਵੈਲਿਡ ਸੀ, ਕਿ ਹੁਣ ਕੇਸ ਹੋ ਸਕਦਾ? ਜਿਹੜਾ ਕੇਸ ਹੈ ਨਾ ਸੁਸਾਈਡ ਦਾ, ਉਹਨੂੰ ਕਹਿੰਦੇ ਆ ਅਬੈਟਮੈਂਟ ਸੁਸਾਈਡ, ਕਿ ਕਿਸੇ ਦੇ ਕਾਰਨ ਵਜੋਂ ਉਹਨੇ ਸੁਸਾਈਡ ਕੀਤੀ। ਹੁਣ ਅਕਸਰ ਇਹ ਲਵ ਅਫੇਅਰ ਜਾਂ ਪਿਆਰ ਦੇ ਵਿੱਚ ਬੜੀ ਵਾਰੀ ਹੁੰਦਾ ਕਿ ਜਦੋਂ ਇੱਕ ਬੰਦਾ ਜਾਂ ਇੱਕ ਲੜਕੀ ਜਾਂ ਲੜਕਾ ਪਿਆਰ ਛੱਡ ਦਿੰਦਾ ਹੈ, ਤੋੜ ਦਿੰਦਾ ਹੈ, ਕਿਸੇ ਹੋਰ ਦੇ ਪਿਆਰ ਵਿੱਚ ਪੈ ਜਾਂਦਾ, ਤਾਂ ਇੱਕ ਬੰਦਾ ਇੰਨਾ ਦੁਖੀ ਹੋ ਕੇ ਸੁਸਾਈਡ ਕਰ ਲੈਂਦਾ, ਬਟ ਉਹ ਸਾਡੇ ਕਾਨੂੰਨ ਦੇ ਮੁਤਾਬਿਕ offense ਨਹੀਂ ਬਣਦਾ, ਉਹ ਅਬੈਟਮੈਂਟ ਆਫ ਸੁਸਾਈਡ ਨਹੀਂ ਹੈ। ਅਬੈਟਮੈਂਟ ਸੁਸਾਈਡ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਮਜਬੂਰ ਕਰ ਦਿੰਦੇ ਹੋ ਸੁਸਾਈਡ ਕਰਨ ਲਈ, ਤੁਸੀਂ ਬਾਰ-ਬਾਰ ਤਾਣੇ ਦਿੰਦੇ ਕਿ ਮਰ ਜਾ, ਤਾਂ ਉਹ ਕਿਸੇ ਦਿਨ ਮਰ ਹੀ ਜਾਂਦਾ ਹੈ, ਜਾਂ ਕਿਸੇ ਨੂੰ ਤੁਸੀਂ ਇਹੋ ਜਿਹਾ ਹਰਟ ਕਰਦੇ ਹੋ, ਮਗਰ ਤੁਹਾਡੇ ਜਿਹੜਾ ਨੈਚੁਰਲ ਕੋਰਸ ਕਰਕੇ ਹਰਟ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਹੁਣ ਤੁਸੀਂ ਵਿਆਹ, ਮੈਂ ਵਾਈਫ ਕਹਿੰਦੀ ਕਿ ਮੈਂ ਡਿਵੋਰਸ ਲੈਣਾ, ਇਹ ਕੋਈ ਗਰਾਊਂਡ ਨਹੀਂ ਹੈ, ਇਹ ਕੋਈ ਅਬੈਟਮੈਂਟ ਨਹੀਂ ਹੈ। ਤੁਸੀਂ ਉਹ ਜ਼ਿਆਦਾ ਕਮਜ਼ੋਰ ਹੋ ਜਾਂ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ ਕਿ ਤੁਹਾਨੂੰ ਇੰਨਾ ਦੁੱਖ ਹੋਇਆ ਤੁਸੀਂ ਸੁਸਾਈਡ ਕਰ ਲਈ, ਬਟ ਫਿਰ ਵੀ ਇਹ ਅਪਰਾਧ ਨਹੀਂ ਬਣਦਾ। ਸਰ ਜਿਸ ਤਰੀਕੇ ਨਾਲ ਹੁਣ ਰੋਸ ਲੋਕਾਂ ਦਾ ਵੱਧਦਾ ਜਾ ਰਿਹਾ ਤੇ ਦੂਸਰੇ ਪਾਸੇ ਵੈਲਿਡ ਮੈਰਿਡ ਹੁੰਦੀ ਹੈ, ਮੈਰਿਜ ਹੁੰਦੀ ਹੈ ਇੱਥੇ, ਕਿ ਮੁੰਡਾ ਜਾਂ ਕੁੜੀ ਬਾਹਰ ਚਲੇ ਜਾਂਦੇ ਨੇ ਫਰੋਡ ਕਰਕੇ, ਜੇ ਕੇਸ ਲਗਾਉਣਾ ਹੋਊਗਾ ਕਿਸੇ ਉੱਤੇ ਫਰੋਡ ਦਾ 420 ਦਾ ਕੇਸ ਲਗਾਉਣਾ ਹੋਊਗਾ, ਉਹ ਕਿੱਥੇ ਲੱਗ ਸਕਦਾ? ਕਿ ਇੱਥੋਂ ਦਾ ਵਿਅਕਤੀ ਕੈਨੇਡਾ ਜਾ ਕੇ ਵੀ ਕੇਸ ਲਗਾ ਸਕਦਾ ਜੇ ਕਿਸੇ ਨੇ ਠਾਣ ਹੀ ਲਈ ਕਿ ਨਹੀਂ ਮੈਂ ਤਾਂ ਕੇਸ ਕਰਨਾ ਹੈ? ਕਿ ਇੱਥੋਂ ਦਾ ਵਿਅਕਤੀ ਕੈਨੇਡਾ ਵਿੱਚ ਵੀ ਕੇਸ ਲਗਾ ਸਕਦਾ ਕਿ ਮੈਨੂੰ ਧੋਖਾ ਦੇ ਕੇ ਆਈ ਹੈ ਜਾਂ ਆਇਆ ਮੁੰਡਾ? ਕੈਨੇਡਾ ਵਿੱਚ ਕਿਉਂਕਿ ਡੌਰੀ ਪ੍ਰੋਹਿਬਿਸ਼ਨ ਐਕਟ ਤਾਂ ਹੈ ਨਹੀਂ, ਥੋੜ੍ਹਾ ਬਹੁਤਾ ਕੇਸ ਸਿਰਫ ਡੌਰੀ ਦਾ ਬਣ ਸਕਦਾ। ਡੌਰੀ ਦਾ ਬਣ ਸਕਦਾ ਕਿ ਇਹਨੇ ਵਿਆਹ ਲੈਣ ਲਈ ਕੰਸੈਸ਼ਨ ਮੇਰੇ ਤੋਂ ਡਿਮਾਂਡ ਕੀਤੀ ਸੀ, ਮੈਂ ਦੇਤੀ ਸੀ, ਉਸ ਤੋਂ ਬਾਅਦ ਇਹ ਜਦੋਂ ਮੈਂ ਮੰਗੀ ਵਾਪਸ ਇਹਨੇ ਦਿੱਤੀ ਨਹੀਂ। ਅਕਸਰ ਲੇਡੀਜ਼ ਇੱਦਾਂ ਦੇ ਕੇਸ ਕਰਦੀਆਂ ਹੁੰਦੀਆਂ, ਮਗਰ ਕਿਉਂਕਿ ਹੁਣ ਉਹ ਬਾਹਰ ਦੇ ਮੁਲਕ ਵਿੱਚ ਚਲੇ ਗਏ, ਉਹਨੂੰ ਜੇ ਕੇਸ ਤੁਸੀਂ ਇੱਥੇ ਦਰਜ ਵੀ ਕਰਾ ਦੋਗੇ ਤਾਂ ਉਹਨੂੰ ਇਸ ਦੇ ਕਾਨੂੰਨ ਉਹਨੂੰ ਡੀਪੋਰਟੇਸ਼ਨ ਨਹੀਂ ਕਰਾਇਆ ਜਾ ਸਕਦਾ, ਉਹਨੂੰ ਵਾਪਸ ਨਹੀਂ ਬੁਲਾਇਆ ਜਾ ਸਕਦਾ, ਕਿਉਂਕਿ ਜਿਹੜਾ ਸਾਡਾ ਹੈਗਾ ਨਾ ਐਕਸਟ੍ਰਾਡੀਸ਼ਨ ਟ੍ਰੀਟੀ, ਉਹ ਹੀਨੀਅਸ ਕ੍ਰਾਈਮ ਔਰ ਸੀਰੀਅਸ ਕ੍ਰਾਈਮ ਦੇ ਕਰਕੇ ਲੋਕਾਂ ਨੂੰ ਵਾਪਸ ਲਿਆ ਸਕਦੇ ਆ। ਟੈਰਰਿਸਟ ਐਕਟ, ਮਰਡਰ, ਉਹਨਾਂ ਵਿੱਚ ਤਾਂ ਲੋਕੀ ਜਿੱਥੇ ਉਹ ਦੂਜਿਆਂ ਸਰਕਾਰ ਕੋਆਪਰੇਟ ਕਰਦੀ ਹੈ ਤਾਂ ਡੀਪੋਰਟੇਸ਼ਨ ਕਰ ਦਿੰਦੀ ਹੈ, ਪਰ ਇਹਨਾਂ ਮੈਟਰ ਨੂੰ ਉਹ ਬਿਲਕੁਲ ਨਹੀਂ ਸਮਝਦੇ। ਸਪੈਸ਼ਲੀ ਮੈਟਰੀਮੋਨੀਅਲ ਅਫੈਂਸ ਦੇ ਵਿੱਚ ਤਾਂ ਸਵਾਏ ਮੇਨਟੇਨੈਂਸ ਦੇ, ਬੱਚਿਆਂ ਦੀ ਕੇਅਰ ਕਰਨ ਦੇ, ਪ੍ਰੋਪਰਟੀ ਡਿਵਾਈਡ ਕਰਨ ਤੋਂ ਇਲਾਵਾ ਉਹ ਮੁਲਕਾਂ ਵਿੱਚ ਇਹਨੂੰ ਕੋਈ ਵੱਡਾ ਸੀਰੀਅਸ ਕ੍ਰਿਮੀਨਲ ਅਫੈਂਸ ਨਹੀਂ ਸਮਝਦੇ। ਹੁਣ ਜਿਵੇਂ ਮੁੰਡੇ ਸਾ ਸਾਹਮਣੇ ਆ ਰਹੇ ਨੇ, ਕਾਗਜ਼ ਚੱਕੀ ਬੈਠੇ ਨੇ, ਆਪਦੀ ਵਿਆਹ ਦੀ ਫੋਟੋਆਂ ਲਈ ਬੈਠੇ ਨੇ, ਮੈਰਿਜ ਵੀ ਲਈ, ਸਰਟੀਫਿਕੇਟ ਵੀ ਲਈ ਬੈਠੇ ਨੇ ਵੀ ਸਾਡੇ ਨਾਲ ਇਨਸਾਫ ਕਰੋ, ਅਸੀਂ ਗੁਹਾਰ ਲਗਾਉਂਦੇ ਹਾਂ ਵੀ ਮੇਰੀ ਵਾਈਫ ਬਾਹਰ ਚਲੀ ਗਈ ਹੈ, ਧੋਖਾ ਕਰਤਾ ਉਹਨੇ, ਬੱਚੇ ਵੀ ਕਈਆਂ ਦੇ ਇੱਥੇ ਹੈਗੇ ਨੇ, ਵਾਈਫ ਬਾਹਰ ਹੈਗੀ ਹੈ। ਹੁਣ ਉਹ ਜੇ ਇਨਸਾਫ ਲੈਣਗੇ ਕਿਸ ਦਾ ਦਰਵਾਜ਼ਾ ਖੜਕਾਉਣ, ਕਿਸ ਨੂੰ ਕਹਿਣ ਜਾ ਕੇ ਵੀ ਸਾਨੂੰ ਇਨਸਾਫ ਦਿਓ? ਦੇਖੋ ਮੈਟਰੀਮੋਨੀਅਲ ਦੇ ਵਿੱਚ ਨਾ ਇਨਸਾਫ, ਕੋਈ ਮੈਟਰੀਮੋਨੀਅਲ ਜੇ ਕੋਈ ਛੱਡ ਦਿੰਦਾ ਰਿਸ਼ਤਾ ਤਾਂ ਇਹ ਅਫੈਂਸ ਨਹੀਂ ਹੈ, ਜੇ ਕੋਈ ਵਿਆਹ ਦੇ ਵਿੱਚ ਡਿਵੋਰਸ ਮੰਗਣਾ ਚਾਹੁੰਦਾ ਤਾਂ ਇਹ ਅਫੈਂਸ ਨਹੀਂ ਹੈ। ਠੀਕ ਹੈ, ਜਿਹਨੂੰ ਡਿਵੋਰਸ ਨਹੀਂ ਦੇਣਾ ਚਾਹੁੰਦਾ ਉਹਦੇ ਤਾਂ ਬੜਾ ਦੁੱਖ ਦਾ ਕਾਰਨ ਤਾਂ ਹੋ ਸਕਦਾ, ਤੁਸੀਂ ਇਹਨੂੰ ਪਾਪ ਤਾਂ ਕਹਿ ਸਕਦੇ ਹੋ, ਤੁਸੀਂ ਨੈਤਿਕ ਦ੍ਰਿਸ਼ਟੀ ਨਾਲ ਇਹਨੂੰ ਗਲਤ ਗੱਲ ਕਹਿ ਸਕਦੇ ਹੋ, ਪਰ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਡਿਵੋਰਸ ਪਟੀਸ਼ਨ ਫਾਈਲ ਕਰਨਾ, ਡਿਵੋਰਸ ਕਰਕੇ ਰੀਮੈਰਿਜ ਕਰਨਾ, ਇਹ ਕੋਈ ਅਫੈਂਸ ਨਹੀਂ ਹੈ। ਔਰ ਜਿਸ ਮੁਲਕ ਵਿੱਚ ਜੋ ਚਲੇ ਜਾਂਦੇ ਉੱਥੇ ਬਿਲਕੁਲ ਪਰਮਿਟਡ ਹੈ, ਲਾਫੁਲੀ ਪਰਮਿਟਡ ਹੈ। ਤੋ ਇਸ ਕਰਕੇ ਅਫੈਂਸ ਦਾ ਜਿਹੜਾ ਕੇਸ ਇੱਥੇ ਹੋਇਆ, ਇੱਥੋਂ ਪੈਸੇ ਲੈ ਕੇ ਗਈ ਹੈ, ਤੁਸੀਂ ਕੈਨੇਡਾ ਜਾ ਕੇ ਉਹਦੇ ਖਿਲਾਫ ਕੇਸ ਇਸ ਲਈ ਨਹੀਂ ਦਰਜ ਕਰ ਸਕਦੇ ਕਿ ਸਾਰੀ ਅਫੈਂਸ ਤਾਂ ਹਿੰਦੁਸਤਾਨ ਹੋਈ ਹੈ। ਹਿੰਦੁਸਤਾਨ ਦੇ ਵਿੱਚ ਤੁਸੀਂ ਕੇਸ ਦਰਜ ਵੀ ਕਰਵਾ ਦੋਗੇ ਤਾਂ ਕਿਉਂਕਿ ਉਹ ਬਾਹਰ ਹੈ ਤਾਂ ਸਾਡਾ ਕੋਰਟ ਉਹਨੂੰ ਬੁਲਾ ਨਹੀਂ ਸਕਦਾ। ਤੋ ਇਸ ਕਰਕੇ ਕੋਈ ਇਫੈਕਟਿਵ ਰੈਮਡੀ ਨਹੀਂ ਹੈ। ਜੇ ਬੰਦਾ ਚੀਟਿੰਗ ਤਾਂ
ਜੇ ਹੁਣ ਚੀਟਿੰਗ ਕਰਕੇ ਚਲੀ ਵੀ ਗਈ, ਤੁਹਾਡੇ ਕੋਲ ਉਹਦੀ ਰਿਕਾਰਡਿੰਗ ਵੀ ਮਿਲ ਜਾਏ ਕਿ ਉਹ ਵਿਆਹ ਤਾਂ ਇਸ ਲਈ ਕਰਾ ਰਹੀ ਹੈ ਕਿਉਂਕਿ ਉਹ ਤੋਂ 50 ਲੱਖ ਰੁਪਏ ਦੇ ਲੈਣਾ ਚਾਹੁੰਦੀ ਹੈ ਜਾਂ ਉਹ ਬਾਹਰ ਜਾਣਾ ਚਾਹੁੰਦੀ ਹੈ, ਤਾਂ ਉਹਨੂੰ ਤੁਹਾਡੇ ਨਾਲ ਕੋਈ ਪਿਆਰ ਨਹੀਂ ਹੈ। ਉਹ ਵਿਆਹ ਉਹਨੇ ਬਿਲਕੁਲ ਧੋਖੇ ਨਾਲ ਕੀਤਾ ਹੈ, ਇਨ ਦਾ ਸੈਂਸ ਕਿ ਉਹਨੇ ਤੁਹਾਡੇ ਨਾਲ ਝੂਠ ਬੋਲ ਕੇ ਵਿਆਹ ਕੀਤਾ ਹੈ, ਤਾਂ ਉਹਦੇ ਨਾਲ ਚੀਟਿੰਗ ਦਾ ਐਸਟੈਬਲਿਸ਼ ਹੋ ਸਕਦੀ ਹੈ। ਪਰ ਚੀਟਿੰਗ ਦੀ ਪ੍ਰੋਸੀਕਿਊਸ਼ਨ ਨਾਲ ਉਹਨਾਂ ਨੂੰ ਇੱਥੇ ਵਾਪਸ ਲਿਆ ਕੇ ਸਜ਼ਾ ਦਿਵਾਉਣਾ ਇਹ ਬਹੁਤ ਮੁਸ਼ਕਿਲ ਕੰਮ ਹੈ, ਆਲਮੋਸਟ ਇੰਪੋਸੀਬਲ। ਸਰ ਜਦੋਂ ਕੰਟਰੈਕਟ ਮੈਰਿਜ ਦੀ ਗੱਲ ਕਰਨੀ ਆ, ਪੈਸੇ ਦਾ ਲੈਣ ਦੇਣ ਦੀ ਗੱਲ ਹੁੰਦੀ ਹੈ, ਜਦੋਂ ਲਿਖਿਆ ਜਾਂਦਾ ਕਾਗਜ਼ ਉੱਤੇ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ, ਮੈਂ ਤੇਰੇ ਤੇ ਆਈਲੈਟਸ ਦੇ ਪੈਸੇ ਲਗਾਊਂਗਾ, ਤੂੰ ਬਾਹਰ ਚਲੀ ਜਾਏਗੀ, ਬਾਅਦ ਚ ਮੈਨੂੰ ਕੈਨੇਡਾ ਦੇ ਵਿੱਚ ਬੁਲਾ ਲਈ, ਉਹ ਜੋ ਕਾਗਜ਼ ਤੇ ਲਿਖਿਆ ਜਾਂਦਾ ਉਹ ਕਿਤੇ ਵੈਲਿਡ ਹੁੰਦਾ? ਜੇ ਕੋਰਟ ਵਿੱਚ ਉਸੇ ਕਾਗਜ਼ ਨੂੰ ਦਿਖਾ ਕੇ ਕੇਸ ਕਰਨਾ ਪੈ ਜਾਂਦਾ ਮੁੰਡੇ ਜਾਂ ਕੁੜੀ ਤੇ, ਉਹ ਵੈਲਿਡ ਮੰਨੇਗੀ ਕੋਰਟ ਉਹਨੂੰ? ਇਹ ਸਿਰਫ ਗਰਾਊਂਡ ਆਫ ਡਿਵੋਰਸ ਹੋ ਸਕਦਾ। ਇਹ ਮੈਕਸਿਮਮ ਤੁਸੀਂ ਕਹਿ ਸਕਦੇ ਹੋ, ਮਤਲਬ ਨਾ ਇਹਦੇ ਵਿੱਚ ਤਾਂ ਬੇਸਿਕਲੀ ਜਿਹੜਾ ਬੰਦਾ ਦੇ ਰਿਹਾ ਉਹ ਵਲੰਟਰੀਲੀ ਦੇ ਰਿਹਾ। ਇਹ ਐਕਚੁਅਲੀ ਡਿਮਾਂਡ ਆਫ ਡੋਰੀ ਵੀ ਨਹੀਂ ਮੰਨਦਾ, ਇਹ ਡੋਰੀ ਵੀ ਨਹੀਂ ਪਾਉਂਦਾ, ਕਿਉਂਕਿ ਤੁਸੀਂ ਵਲੰਟਰੀਲੀ ਆਪਣੀ ਵਾਈਫ ਨੂੰ ਹੈਲਪ ਕਰ ਰਹੇ ਹੋ ਬਾਹਰ ਜਾਣ ਲਈ, ਇਹਦੇ 'ਚ ਕੋਈ offense ਹੀ ਨਹੀਂ ਹੈ। ਤੁਸੀਂ ਚਾਹੇ ਤੁਸੀਂ ਉਹਨੂੰ ਲਿਖਤਾ, ਕੰਟਰੈਕਟ ਕਰਤਾ, ਜਿਹੜੀਆਂ ਤੁਸੀਂ ਓਬਲੀਗੇਸ਼ਨ ਲਾ ਰਹੇ ਹੋ ਉਸ 'ਤੇ ਕਿ ਤੂੰ ਮੈਨੂੰ ਬੁਲਾਉਣਾ ਹੀ ਬੁਲਾਉਣਾ, ਤੂੰ ਤਾਂ ਹੀ ਬੁਲਾਏਗੀ ਜੇ ਉਹ ਤੁਹਾਡਾ ਹਸਬੈਂਡ ਰਹੇਗਾ। ਜੇ ਉਹ ਡਿਵੋਰਸ ਹੀ ਫਾਈਲ ਕਰ ਦੇ ਤਾਂ ਕਿਉਂ ਬੁਲਾਏਗੀ? ਇਸ ਕਰਕੇ ਇਹ ਬਿਲਕੁਲ ਉਹੀ ਕੰਟਰੈਕਟ ਐਕਟ ਦੇ ਵਿੱਚ ਆ ਜਾਂਦਾ ਹੈ, ਅਤੇ ਉਹਨੂੰ ਸਾਡੇ ਕੋਰਟਸ ਵੀ ਉਹਨੂੰ ਇਨਫੋਰਸ ਨਹੀਂ ਕਰਨਗੇ ਇੱਦਾਂ ਦੇ ਕੰਟਰੈਕਟ ਨੂੰ। ਸਰ ਜੇ ਮੁੰਡੇ ਦੀ ਗੱਲ ਕਰੀਏ, ਇੱਕ ਮੁੰਡਾ ਬਾਹਰ ਹੈ, ਕੈਨੇਡਾ ਦੇ ਵਿੱਚ ਰਹਿੰਦਾ ਹੈ, ਜੇ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਪੰਜਾਬ ਦੇ ਵਿੱਚ ਆ ਕੇ, ਜਾਂ ਮੁੰਡਾ ਲੋਕਲ ਹੈ ਪੰਜਾਬ ਦੇ ਵਿੱਚ, ਮੁੰਡਾ ਕਹਿ ਦਿੰਦਾ ਵੀ ਠੀਕ ਹੈ ਮੇਰੇ ਨਾਲ ਵਿਆਹ ਕਰਵਾ ਦਿਓ, ਮੈਂ ਇੰਨਾ ਪੈਸਾ ਮੈਨੂੰ ਦੇ ਦਿਓ, ਮੈਂ ਕੁੜੀ ਵੀ ਬਾਹਰ ਲੈ ਜਾਊਂਗਾ ਅਤੇ ਮੈਂ ਵੀ ਚਲਾ ਜਾਊਂਗਾ, ਫਿਰ ਡੋਰੀ ਦਾ ਕੇਸ ਬਣ ਸਕਦਾ? ਹਾਂ, ਡੋਰੀ ਤਾਂ ਦੇਖੋ, ਡੋਰੀ ਅਕਸਰ ਸਾਡੇ ਕੁੜੀਆਂ ਵਾਲੇ ਦਰਜ ਕਰਾਉਂਦੇ ਨੇ, ਮੁੰਡਿਆਂ ਵਾਲੇ ਘੱਟ ਕਰਾਉਂਦੇ ਨੇ। ਮਗਰ ਜੇ ਵਿਆਹ ਲਈ ਡਿਮਾਂਡ ਕਰ ਰਹੀ ਕੋਈ ਲੜਕੀ ਕਿ ਮੈਨੂੰ ਇੰਨਾ ਦਿਓ, ਮੈਂ ਬਾਹਰ ਜਾਣਾ ਤਾਂ ਹੀ ਮੈਂ ਵਿਆਹ ਕਰਾਉਂਗੀ, ਜੇ ਉਹ ਹੋਗੀ ਤਾਂ ਉਹ ਕੇਸ ਦਰਜ ਹੋ ਸਕਦਾ। ਡੋਰੀ ਪ੍ਰੋਹਿਬਿਸ਼ਨ ਹੈ, ਐਕਟ 1961 ਦਾ ਬਣਿਆ ਹੋਇਆ ਹੈ। ਡੋਰੀ ਮੰਗਣਾ ਵੀ ਜੁਰਮ ਹੈ, ਡੋਰੀ ਦੇਣਾ ਵੀ ਜੁਰਮ ਹੈ, ਐਂਡ ਡੋਰੀ ਲੈਣਾ ਵੀ ਜੁਰਮ ਹੈ। ਅਤੇ ਇਹਦੇ ਵਿੱਚ ਇਹ ਨਹੀਂ ਕਿ ਸਿਰਫ ਕੁੜੀਆਂ ਦੇ ਵਿਆਹ ਲਈ ਡੋਰੀ ਮੁੰਡੇ ਵਾਲੇ ਮੰਗਦੇ ਹੈ, ਕੁੜੀਆਂ ਵੀ ਹੁਣ ਮੰਗਣ ਲੱਗ ਪਈਆਂ। ਅਤੇ ਕਾਨੂੰਨ ਸਪਸ਼ਟ ਕਹਿੰਦਾ ਕਿ ਚਾਹੇ ਬਰਾਈਡ ਦੇ ਰਿਸ਼ਤੇਦਾਰ ਮੰਗਣ ਜਾਂ ਬਰਾਈਡ ਗਰੂਮ ਦੇ ਰਿਸ਼ਤੇਦਾਰ, ਚਾਹੇ ਹਸਬੈਂਡ ਦੇ ਰਿਸ਼ਤੇਦਾਰ ਮੰਗਣ ਜਾਂ ਆਪ ਮੰਗੇ, ਜਾਂ ਕੁੜੀ ਦੇ ਰਿਸ਼ਤੇਦਾਰ ਮੰਗਣ ਜਾਂ ਕੁੜੀ ਆਪ ਮੰਗੇ, ਦੋਨੋਂ ਹੀ ਅਪਰਾਧ ਹੈ, ਤਾਂ ਉਹ ਪਰਚਾ ਦਰਜ ਹੋ ਸਕਦਾ। ਸਰ ਜੇ ਮੁੰਡਾ ਤੇ ਕੁੜੀ ਬਾਹਰ ਦੋਨੋਂ ਹੀ ਪਹਿਲੇ ਹੀ PR ਹੈਗੇ ਨੇ, ਜੇ ਮੁੰਡੇ ਜਾਂ ਕੁੜੀ ਨੇ ਇੱਥੇ ਵਿਆਹ ਕਰਾਉਣਾ, ਜੇ ਪੈਸੇ ਦੀ ਡਿਮਾਂਡ ਹੁੰਦੀ ਹੈ, ਫਿਰ ਉਸ ਨੂੰ ਕੀ ਕਿਹਾ ਜਾਊਗਾ? ਉਸ ਨੂੰ ਵੀ ਡੋਰੀ ਕਿਹਾ ਜਾਊਗਾ? ਫਿਰ ਉਹ ਕੇਸ ਕਿੱਥੇ ਰਜਿਸਟਰਡ ਹੋਊਗਾ? ਇਹ ਤਾਂ ਵੈਸੇ ਡੋਰੀ ਇਸ ਲਈ ਨਹੀਂ ਬਣਦੀ ਕਿ ਕਿਉਂਕਿ ਵਿਆਹ ਦੇ ਕਰਕੇ ਨਹੀਂ ਉਹ ਡੋਰੀ ਮੰਗ ਰਹੇ, ਉਹ ਜਾਂ ਕਿਸੇ ਨੂੰ ਇਸ ਲਈ ਤੰਗ ਨਹੀਂ ਕਰ ਰਹੇ ਕਿ ਤੁਸੀਂ ਡੋਰੀ ਦਿਓ। ਬੇਸਿਕਲੀ ਦੋਨਾਂ ਦੀ ਇੱਕ ਲਾਲਚ ਹੈ, ਉਹਨੂੰ ਬਾਹਰ ਜਾਣ ਦੀ ਲਾਲਚ ਹੈ, ਤੁਹਾਨੂੰ ਵੀ ਬਾਹਰ ਜਾਣ ਦੀ ਲਾਲਚ ਹੈ। ਉਹਦੇ ਵਿੱਚ ਤੁਸੀਂ ਜਿਹੜਾ ਵਿਆਹ ਕਰਾਇਆ, ਇੱਕ ਅਰੇਂਜਮੈਂਟ ਬਣਾਇਆ, ਤੁਹਾਨੂੰ ਲੱਗਦਾ ਕਿ ਬਾਹਰਲਾ ਮੁਲਕ ਵਿਆਹ ਦੇ ਤੌਰ 'ਤੇ ਤੁਹਾਨੂੰ ਵੀਜ਼ਾ ਦੇ ਦੇਗਾ, ਕਿਉਂਕਿ ਦੋਨੋਂ ਪਾਰਟੀਆਂ ਦੀ ਨੀਅਤ ਵਿਆਹ ਨਹੀਂ ਹੈ, ਦੋਨੋਂ ਪਾਰਟੀਆਂ ਦੀ ਇੰਟੈਂਸ਼ਨ ਵਿਆਹ ਕਰਾਉਣਾ ਨਹੀਂ ਹੈ, ਹੈਪੀ ਮੈਰਿਜ ਨਹੀਂ ਹੈ। ਦੋਨੋਂ ਪਾਰਟੀਆਂ ਦੀ ਜਿਹੜੀ ਇੰਟੈਂਸ਼ਨ ਹੈ ਉਹ ਤਾਂ ਬਾਹਰ ਜਾਣਾ। ਤਾਂ ਇਸ ਕਰਕੇ ਜਦੋਂ ਦੋਨੋਂ ਪਾਰਟੀਆਂ ਦੀ ਇੰਟੈਂਸ਼ਨ ਹੀ ਬਾਹਰ ਜਾਣਾ ਹੈ, ਤਾਂ ਦੋਨਾਂ ਦੀ ਪਾਰਟੀ ਤੇ ਇੱਕ ਪਾਰਟੀ ਪਹੁੰਚ ਜਾਂਦੀ ਹੈ ਤਾਂ ਦੂਜੀ ਨਹੀਂ ਪਹੁੰਚ ਸਕਦੀ, ਤਾਂ ਉਹਨੂੰ ਇਸ ਕਰਕੇ ਚੀਟਿੰਗ ਨਹੀਂ ਕਰ ਸਕਦੇ, ਕਿਉਂਕਿ ਅਲਟੀਮੇਟਲੀ ਤੁਸੀਂ ਇੱਕ ਐਗਰੀਮੈਂਟ ਕਰ ਰਹੇ ਹੋ, ਐਪਰੈਂਟਲੀ ਤਾਂ ਵਿਆਹ ਦਾ, ਬਟ ਉਹਦੀ ਇੰਟੈਂਸ਼ਨ ਕੁਛ ਹੋਰ ਹੈ। ਸੋ ਐਗਰੀਮੈਂਟ ਵੀ ਸਿੰਸੀਅਰਲੀ ਨਹੀਂ ਕੀਤਾ ਜਾਂਦਾ, ਇਸ ਕਰਕੇ ਉਹਦਾ ਕੁਛ ਬਣਦਾ ਨਹੀਂ ਹੈ। ਕਾਨੂੰਨ ਦੇ ਵਿੱਚ ਜਾਂ ਕੋਰਟ ਵਿੱਚ ਮੋਸਟਲੀ ਤੁਹਾਨੂੰ ਕੋਈ ਰਿਲੀਫ ਨਹੀਂ ਮਿਲੇਗਾ। ਸਰ ਵੀ ਮੰਨ ਕੇ ਚੱਲੀਏ ਵੀ ਕੋਈ ਵੀ ਤੁਸੀਂ ਐਗਰੀਮੈਂਟ ਕਰਨੇ ਹੋ, ਕੰਟਰੈਕਟ ਮੈਰਿਜ ਦਾ, ਬਾਹਰ ਜਾਣ ਦਾ, ਵੀਜ਼ੇ ਨੂੰ ਲੈ ਕੇ, ਆਈਲੈਟਸ ਨੂੰ ਲੈ ਕੇ, ਪੈਸੇ ਨੂੰ ਲੈ ਕੇ, ਉਹ ਕਿਤੇ ਵੀ ਵੈਲਿਡ ਨਹੀਂ ਹੈਗਾ, ਜੇ ਆਪਾਂ ਸੰਵਿਧਾਨ ਦੀ ਗੱਲ ਕਰੀਏ। ਨਹੀਂ, ਵੈਲਿਡ ਤਾਂ ਹੀ ਹੈ ਨਾ, ਜੇ ਤੁਸੀਂ ਆਰਡੀਨਰੀ ਜਿੱਦਾਂ ਹੁਣ ਏਜੰਟ ਦੇ ਨਾਲ ਆਪਾਂ ਕਰਦੇ ਹਾਂ ਕਿ ਤੁਸੀਂ ਮੈਨੂੰ ਵੀਜ਼ਾ ਦੇ ਦਿਓ, ਮੈਂ ਤੁਹਾਨੂੰ 2 ਲੱਖ ਰੁਪਏ ਦਿੰਦਾ, ਉਹ ਵੈਲਿਡ ਐਗਰੀਮੈਂਟ ਹੈ। ਤੁਸੀਂ ਆਰਡੀਨਰੀ ਕਹੋ, ਜੇ ਤੁਸੀਂ 2 ਬੰਦਿਆਂ ਨੇ ਐਗਰੀਮੈਂਟ ਕੀਤਾ ਕਿ ਚਲੋ ਮੈਂ ਬਾਹਰ ਜਾ ਕੇ ਹਰ ਸੰਭਵ ਕੋਸ਼ਿਸ਼ ਕਰਾਂਗੀ, ਸਾਰੇ ਤੇਰੇ ਪੇਪਰ ਭਰ ਦਾਂਗੀ, ਸਾਰੀ ਡਾਕੂਮੈਂਟੇਸ਼ਨ ਕਰਾਂਗੀ, ਉਹ ਜਦ ਤੱਕ ਤੁਸੀਂ ਵਿੱਚ ਮੈਰਿਜ ਦੀ ਗੱਲ ਨਹੀਂ ਲਿਆਉਂਦੇ ਉਦੋਂ ਤੱਕ ਵੈਲਿਡ ਹੈ। ਜਦੋਂ ਤੁਸੀਂ ਮੈਰਿਜ ਲਿਆਉਂਦੇ ਹੋ ਉਦੋਂ ਇਨਵੈਲਿਡ ਹੈ, ਉਹ ਪਬਲਿਕ ਤੇ ਚੱਲ। ਹਾਂਜੀ, ਉਹ ਕੰਟਰੈਕਟ ਐਕਟ ਸਪੈਸ਼ਲੀ ਕਹਿੰਦਾ ਕਿ ਰਿਸਟ੍ਰੇਨ ਆਫ ਮੈਰਿਜ ਕੋਈ ਐਗਰੀਮੈਂਟ ਜਿੱਥੇ ਮੈਰਿਜ 'ਤੇ ਰਿਸਟ੍ਰਿਕਸ਼ਨ ਲੱਗੇ, ਰੀਮੈਰਿਜ 'ਤੇ ਰਿਸਟ੍ਰਿਕਸ਼ਨ ਲੱਗੇ, ਮੈਰਿਜ ਤੋੜਨ 'ਤੇ ਰਿਸਟ੍ਰਿਕਸ਼ਨ ਲੱਗੇ, ਉੱਥੇ ਪ੍ਰੋਬਲਮ। ਸਰ ਜੇ ਮੁੰਡਾ ਇੱਥੇ ਹੈ, ਕੁੜੀ ਬਾਹਰ ਚਲੀ ਜਾਂਦੀ ਹੈ, ਕੁੜੀ ਮੁੰਡੇ ਨੂੰ ਮਨਾ ਕਰ ਦਿੰਦੀ ਹੈ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ, ਜਦ ਕਿ ਦੋਨੋਂ ਵੈਲਿਡ ਉਹਨਾਂ ਦਾ ਵਿਆਹ ਹੋਇਆ, ਵੀ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦੀ, ਮੁੰਡਾ ਉਸ ਤੋਂ ਬਾਅਦ ਡਿਵੋਰਸ ਨਹੀਂ ਦਿੰਦਾ ਜਾਂ ਕੁੜੀ ਡਿਵੋਰਸ ਨਹੀਂ ਦਿੰਦੀ, ਮੁੰਡਾ ਆਤਮ ਹੱਤਿਆ ਕਰ ਲੈਂਦਾ, ਇਹ ਕੀ ਓਫੈਂਸ ਬਣਦਾ? ਇਸ 'ਚ ਕੋਈ ਓਫੈਂਸ ਬਣ ਸਕਦਾ, ਜਾਂ ਮੁੰਡੇ ਦੇ ਮਾਂ-ਬਾਪ ਕੁੜੀ 'ਤੇ ਕੇਸ ਕਰ ਸਕਦੇ ਨੇ, ਜਾਂ ਕੁੜੀ ਮੁੰਡੇ ਨੂੰ ਕਹਿ ਸਕਦੀ ਹੈ ਇੱਥੇ ਕਿ ਮੈਂ ਤਾਂ ਤੇਰੇ ਨਾਲ ਰਹਿਣਾ ਨਹੀਂ, ਹੁਣ ਮੈਨੂੰ ਡਿਵੋਰਸ ਦੇ ਦੇ, ਜਾਂ ਮੈਂ ਡਿਵੋਰਸ ਲੈਣਾ ਚਾਹੁੰਦੀ ਹਾਂ? ਕੋਈ ਇੱਥੇ ਵੀ ਲਾ ਕੁਛ ਕਹਿੰਦਾ ਸੰਵਿਧਾਨ ਸਾਡਾ? ਜੇ ਤੁਸੀਂ ਇੱਥੇ ਵੀ ਡਿਵੋਰਸ ਲੈਣ ਲਈ ਕਹੋ, ਮੁੰਡਾ ਘਬਰਾ ਕੇ ਮਰ ਜਾਏ, ਤਾਂ ਇੱਥੇ ਵੀ ਕੋਈ ਓਫੈਂਸ ਨਹੀਂ, ਨਾ ਹੀ ਬਾਹਰਲੇ ਮੁਲਕਾਂ 'ਚ ਓਫੈਂਸ ਹੈ, ਕਿਉਂਕਿ ਉਹਦਾ ਜਿਹੜਾ ਸੁਸਾਈਡ ਉਹਦਾ ਆਪਣਾ ਡਿਸੀਜਨ ਹੈ,
ਕੁੜੀ ਨੇ ਕਿਸੇ ਤਰੀਕੇ ਨਾਲ ਉਹਨੂੰ ਇਨਸਟੀਗੇਟ ਨਹੀਂ ਕੀਤਾ, ਉਹਦੀ ਮਦਦ ਨਹੀਂ ਕੀਤੀ। ਜੇ ਕੋਈ ਕੁੜੀ ਜਿੱਥੇ ਵੀ ਜੇ ਅਬੈਟਮੈਂਟ ਹੁੰਦੀ, ਜੇ ਮੈਂ ਕਿਸੇ ਨੂੰ ਮਾਰਨਾ ਚਾਹੁੰਦਾ ਉਹਨੂੰ ਬਾਰ-ਬਾਰ ਕਹਾਂਗਾ ਤੂੰ ਮਰ ਜਾ, ਫਿਰ ਉਹਦੇ ਲਈ ਮੈਂ ਜ਼ਹਿਰ ਖਰੀਦ ਕੇ ਦਿੰਨਾ, ਫਿਰ ਉਹਨੂੰ ਮੈਂ ਦਿੰਨਾ, ਉਹ ਮਾਹੌਲ ਇਹੋ ਜਿਹਾ ਕ੍ਰੀਏਟ ਕਰਦਾ, ਫਿਰ ਤਾਂ ਬਣਦੀ ਹੈ ਅਬੈਟਮੈਂਟ ਟੂ ਮੈਰਿਜ। ਮਗਰ ਜਿੱਦਾਂ ਹੁਣ ਤੁਸੀਂ ਪੁਲਿਸ ਸਟੇਸ਼ਨ ਕਿਸੇ ਨੂੰ ਕੁੱਟੀ ਜਾਓ, ਮਾਰੀ ਜਾਓ, ਅਲਟੀਮੇਟਲੀ ਸੁਸਾਈਡ ਕਰ ਲੈਂਦਾ, ਉਹ ਅਬੈਟਮੈਂਟ ਆਫ ਸੁਸਾਈਡ ਬਣ ਜਾਂਦਾ। ਉਹ ਡਾਇਰੈਕਟ ਕਾਜ਼ ਹੈ। ਅਦਰਵਾਈਜ਼ ਤੁਸੀਂ ਇੱਕ ਡਿਸੀਜਨ ਲਿਆ ਕਿ ਮੈਂ ਨਹੀਂ ਰਹਿਣਾ ਚਾਹੁੰਦਾ, ਮੈਂ ਡਿਵੋਰਸ ਕਰ ਲੈ ਰਹੀ ਹਾਂ, ਮੈਂ ਅਲੱਗ ਰਹਿਣਾ ਚਾਹੁੰਦੀ ਹਾਂ, ਮੈਂ ਨਹੀਂ ਬੁਲਾ ਰਹੀ, ਉਹ ਜਿਹੜਾ ਡਿਸੀਜਨ ਹੈ ਉਹਦੇ ਨਾਲ ਤੁਹਾਡੀ ਸੁਸਾਈਡ ਨਾਲ ਕੋਈ ਲੈਣਾ ਦੇਣਾ ਨਹੀਂ। ਤੁਹਾਨੂੰ ਦੁੱਖ ਹੋਇਆ, ਤੁਸੀਂ ਮਰ ਗਏ, ਇਹ ਤੁਹਾਡਾ ਡਿਸੀਜਨ ਹੈ ਸੁਸਾਈਡ ਦਾ। ਇਹਦੇ ਵਿੱਚ ਇਨਸਟੀਗੇਸ਼ਨ ਨਹੀਂ ਆਉਂਦੀ, ਇਸ ਕਰਕੇ ਅਫੈਂਸ ਨਹੀਂ ਬਣਦਾ। ਜੇ ਸਰ ਕੁੜੀ ਦੀ ਰਿਕਾਰਡਿੰਗ ਕਰ ਲੈਣ ਮੁੰਡੇ ਵਾਲੀ, ਜਾਂ ਕੁੜੀ ਨੇ ਕਿਹਾ ਹੋਵੇ ਵੀ ਤੂੰ ਮਰ ਜਾ ਕੇ, ਜਦੋਂ ਆਤਮ ਹੱਤਿਆ ਕਰ ਲਿਆ, ਮੈਂ ਤੇਰਾ ਰਹਿਣਾ ਨਹੀਂ ਚਾਹੁੰਦੀ, ਮੈਂ ਕਿਸੇ ਹੋਰ ਨੂੰ ਚੁਣ ਲਿਆ, ਫਿਰ ਉਹ ਬਣ ਸਕਦਾ offense? ਫਿਰ ਅਫੈਂਸ ਬਣ ਸਕਦੀ ਹੈ। ਤੁਸੀਂ ਜੇ ਉਹ ਕਹਿੰਦੀ ਕਿਸੇ ਹੋਰ ਨੂੰ ਚੁਣਿਆ, ਫਿਰ ਕੋਈ ਅਫੈਂਸ ਨਹੀਂ। ਜੇ ਉਹ ਕਹਿੰਦੀ ਹੈ ਕਿ ਤੂੰ ਸਿਰ ਖਾਦਾ ਹੈ, ਤੂੰ ਮਰ ਜਾ ਮਰ ਜਾ ਮਰ ਜਾ, ਮੈਂ ਤੈਨੂੰ ਪੈਸੇ ਭੇਜ ਦੇਣੇ, ਮਰ ਜਾ ਮਰ ਜਾ, ਤਾਂ ਉਹਦੇ ਨਾਲ ਦੇ ਨਾਲ ਉਹ ਮਰ ਜਾਏ, ਫਿਰ ਅਫੈਂਸ ਬਣਦਾ ਹੈ। ਅੱਛਾ ਸਰ, ਕਈ ਹੁਣ ਨੌਜਵਾਨ ਕਹਿਦੇ ਨੇ, ਪੇਪਰ ਚੁੱਕ ਕੇ ਕਹਿਦੇ ਨੇ, ਸੋਸ਼ਲ ਮੀਡੀਆ 'ਤੇ ਵੀ ਇਹ ਗੱਲ ਹੁਣ ਛਿੜ ਗਈ ਹੈ ਵੀ ਸਾਨੂੰ ਇਨਸਾਫ ਦਿਵਾਓ। ਹੁਣ ਜਿਨ੍ਹਾਂ ਦਾ ਪੈਸਾ ਲੱਗਿਆ ਨੌਜਵਾਨਾਂ ਦਾ, ਹੁਣ ਕੋਈ ਉਮੀਦ ਹੈਗੀ ਉਹਨਾਂ ਨੂੰ ਵੀ ਉਹਨਾਂ ਦਾ ਪੈਸਾ ਜੋ ਧੋਖਾਧੜੀ ਨਾਲ ਬਾਹਰ ਗਿਆ, ਉਹਨਾਂ ਦੀ ਖੁਦ ਘਰ ਵਾਲੀਆਂ ਬਾਹਰ ਲੈ ਕੇ ਗਈਆਂ ਨੇ, ਛੱਡ ਦਿੱਤਾ ਹੈ, ਪੈਸਾ ਵਾਪਸ ਆ ਜਾਊਗਾ ਕਿ ਦੁਬਾਰਾ ਜੇ ਘਰ ਵਾਲੀ ਨੂੰ ਕਹਿਣ ਵੀ ਠੀਕ ਹੈ ਅਸੀਂ ਅਪਣਾ ਲਾਂਗੇ, ਉਹ ਘਰ ਵਾਲੀ ਵਾਪਸ ਆ ਸਕਦੀ ਹੈ ਜੇ ਮੁੰਡਾ ਇੱਥੋਂ ਜ਼ੋਰ ਪਾਵੇ ਕਿ ਹੁਣ ਮਰਜ਼ੀ ਉਹਦੀ ਹੈ? ਦੇਖੋ, ਵਿਆਹ ਜੇ ਤਾਂ ਪਿਆਰ ਨਾਲ ਹੁੰਦਾ, ਫਿਰ ਤਾਂ ਸ਼ਾਇਦ ਉਹ ਵੀ ਬੁਲਾ ਲੈਂਦੀ। ਨਾ ਤੁਹਾਨੂੰ ਪਿਆਰ ਸੀ, ਨਾ ਉਹਨੂੰ ਪਿਆਰ ਸੀ, ਇੱਕ ਵਪਾਰ ਸੀ। ਹੁਣ ਵਪਾਰ ਵੀ ਧੋਖਾ ਹੋ ਹੀ ਜਾਂਦਾ, ਔਰ ਜਿਹੜਾ ਧੋਖੇ ਵੀ ਤੁਹਾਨੂੰ ਲੋਕ ਕੋਰਟ ਵਿੱਚ ਕਾਨੂੰਨ ਵੀ ਲਿਖਿਆ ਕਿ ਇਸ ਧੋਖੇ ਲਈ ਤੁਹਾਡੇ ਕੋਲ ਕੋਈ ਲੀਗਲ ਰੈਮਡੀਜ਼ ਉਹਨੇ ਰੋਕੀ ਹੋਇਆ। ਤਾਂ ਬਿਲਕੁਲ ਜੇ ਤੁਸੀਂ ਜੈਨੂਇਨਲੀ ਪਿਆਰ ਹੀ ਕਰਦੇ, ਪਿਆਰ ਕਰਕੇ ਵਿਆਹ ਕਰਦੇ, ਉਸ ਤੋਂ ਬਾਅਦ ਜਾਂਦੇ ਤਾਂ ਕਹਾਣੀ ਬਹੁਤ ਅਲੱਗ ਹੋ ਜਾਂਦੀ। ਕਿਉਂਕਿ ਤੁਹਾਡਾ ਪਰਪਸ ਵੀ ਉਸ ਲੜਕੀ ਦੇ ਲੜਕੀ ਨੂੰ ਵੀ ਪਤਾ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ, ਮੈਂ ਇੱਕ ਜ਼ਰੀਆ ਬਣਾਇਆ ਜਾ ਰਿਹਾ, ਮੈਂ ਇੱਕ ਸਾਧਨ ਬਣ ਰਹੀ ਹਾਂ, ਤੁਹਾਡੀ ਜਿਹੜੀ ਮਹੱਤਵਕਾਂਸ਼ਾ ਬਾਹਰ ਜਾਣ ਦੀ, ਉਹਦਾ ਮੈਂ ਸਾਧਨ ਮੈਨੂੰ ਬਣਾਇਆ ਜਾ ਰਿਹਾ, ਕਿਉਂਕਿ ਮੇਰੇ ਕੋਲ ਥੋੜ੍ਹੀ ਜ਼ਿਆਦਾ ਐਬਿਲਿਟੀ ਹੈ, ਜਾਂ ਮੈਂ ਅੰਗਰੇਜ਼ੀ ਜਾ ਜਾਣਦੀ, ਜਾਂ ਮੈਂ ਉੱਥੇ ਪਹੁੰਚ ਸਕਦੀ ਹਾਂ। ਜਦੋਂ ਕੋਈ ਕਿਸੇ ਨੂੰ ਸਾਧਨ ਬਣਾਉਂਦਾ ਤਾਂ ਉਹਦੇ 'ਚ ਪਿਆਰ ਤਾਂ ਹੁੰਦਾ ਨਹੀਂ, ਰਾਧੇ ਇੱਕ ਗੁੱਸਾ ਜਿਹਾ ਹੁੰਦਾ, ਇੱਕ ਦੁੱਖ ਹੁੰਦਾ, ਉਹ ਫਿਰ ਉੱਥੇ ਪਹੁੰਚ ਕੇ ਬਦਲਾ ਲੈਂਦੀ ਹੈ। ਪਹਿਲਾਂ ਤੁਸੀਂ ਉਹਨੂੰ ਸਾਧਨ ਬਣਾਇਆ ਬਾਹਰ ਜਾਣ ਲਈ, ਉਹਨੇ ਸਾਧਨ ਬਣਨ ਤੋਂ ਬਾਹਰ ਜਾ ਕੇ ਇਨਕਾਰ ਕਰਤਾ। ਅਤੇ ਜਿੱਥੇ ਦੋਨੋਂ ਪਾਸੇ ਇਮਾਨਦਾਰੀ ਨਹੀਂ ਹੁੰਦੀ, ਜਿੱਥੇ ਇੱਕ ਦੂਜੇ ਨੂੰ ਇਸਤੇਮਾਲ ਕਰਕੇ ਤੁਸੀਂ ਆਪਣਾ ਜਿਹੜਾ ਅੰਦਰਲਾ ਜਿਹੜੀ ਆਕਾਂਸ਼ਾ ਪੂਰੀ ਕਰਨਾ ਚਾਹੁੰਦੇ ਹੋ, ਉੱਥੇ ਫਿਰ ਇਹੋ ਜਿਹੀ ਗੱਲਾਂ ਹੋ ਹੀ ਜਾਂਦੀਆਂ। ਇਸ ਲਈ ਕਾਨੂੰਨ ਨੇ ਇਸ ਰਿਸ਼ਤੇ ਵਿੱਚ ਵਪਾਰ ਕਰਨ ਦੀ ਮਨਾਹੀ ਲਾਈ ਹੋਈ। ਰੋਹ ਵੱਧਦਾ ਜਾ ਰਿਹਾ ਚੀਜ਼ ਨੂੰ ਲੈ ਕੇ, ਲੱਗਦਾ ਸੋਸ਼ਲ ਮੀਡੀਆ ਉੱਤੇ ਕੋਈ ਨਾ ਕੋਈ ਨਵਾਂ ਨੌਜਵਾਨ ਜਾਂ ਕੁੜੀ ਆ ਕੇ ਕਹਿ ਦਿੰਦੀ ਹੈ ਕਿ ਮੇਰੇ ਨਾਲ ਠੱਗੀ ਹੋ ਗਈ ਹੈ। ਕਈ ਤਾਂ ਕਰਜ਼ੇ ਚੁੱਕ ਕੇ ਕਈਆਂ ਨੇ ਬਾਹਰ ਭੇਜਿਆ ਮੁੰਡੇ ਜਾਂ ਕੁੜੀ ਨੂੰ, ਉਸ ਤੋਂ ਬਾਅਦ ਕਹਿੰਦੇ ਜੀ ਸਾਡੇ ਨਾਲ ਧੋਖਾਧੜੀ ਹੋ ਗਈ ਹੈ, ਕਈ ਡਿਪਰੈਸ਼ਨ ਵਿੱਚ ਚਲੇ ਗਏ ਨੇ, ਕਈ ਹੱਲੇ ਵੀ ਆਸ ਲਾ ਕੇ ਬੈਠੇ ਨੇ ਕਿ ਨਹੀਂ ਅਸੀਂ ਬਾਹਰ ਜਾਵਾਂਗੇ, ਸਾਡੇ ਘਰ ਦੇ ਫੋਨ ਚੱਕਣਗੇ, ਸਾਡੀ ਗੱਲਬਾਤ ਹੋਏਗੀ। ਜਿਹੜੇ ਮਾਂ-ਬਾਪ, ਜੇ ਕੁੜੀ ਨਾਲ ਕੰਟਰੈਕਟ ਮੈਰਿਜ ਹੁੰਦੀ ਹੈ, ਜੇ ਕੁੜੀ ਦੇ ਮਾਂ-ਬਾਪ ਇੱਥੇ ਨੇ, ਮੁੰਡੇ ਦੇ ਮਾਂ-ਬਾਪ ਇੱਥੇ ਨੇ, ਕਿ ਮੁੰਡੇ ਦੇ ਮਾਂ-ਬਾਪ ਜਾਂ ਕੁੜੀ ਦੇ ਮਾਂ-ਬਾਪ ਇੱਕ ਦੂਜੇ ਦੇ ਕੇਸ ਕਰ ਸਕਦੇ ਨੇ ਵੀ ਤੁਹਾਡੇ ਸਾਹਮਣੇ ਬੈਠ ਕੇ ਕੁੜੀ ਨੇ ਗੱਲ ਕਹੀ ਸੀ ਵੀ ਅਸੀਂ ਬਾਹਰ ਲੈ ਕੇ ਜਾਵਾਂਗੇ? ਪੇਰੈਂਟਸ ਦਾ ਤਾਂ ਵੈਸੇ ਇਹਦੇ 'ਚ ਕੋਈ ਰੋਲ ਹੀ ਨਹੀਂ ਹੈ, ਉਹਨਾਂ ਨੇ ਕੋਈ ਕੰਟਰੈਕਟ ਨਹੀਂ ਕੀਤਾ, ਨਾ ਉਹਨਾਂ ਦੇ ਸਿਗਨੇਚਰ ਨਹੀਂ ਹੈਗੇ। ਕੁੜੀ ਮੁੰਡਿਆਂ ਦੇ ਦੋਨੋਂ ਮੇਜਰ ਹੈ, ਦੋਨੋਂ 18 ਸਾਲ ਤੋਂ ਉੱਚੇ ਹੈ, ਉਹਨਾਂ ਨੇ ਵਿਆਹ ਕਰਾਇਆ, ਦੋਨੋਂ ਆਪਣੇ ਡਿਸੀਜ਼ਨ ਆਪ ਲੈ ਸਕਦੇ ਨੇ। ਅਤੇ ਉਹਨਾਂ ਦੇ ਪੇਰੈਂਟਸ ਤਾਂ ਅਕਸਰ ਕੇਸ ਝੂਠ ਬੋਲ ਕੇ ਕਰ ਦਿੰਦੇ ਆ, ਬਟ ਇਹ ਕੇਸਾਂ ਦਾ ਅਕਸਰ ਕੋਈ ਬਣਦਾ ਨਹੀਂ ਹੈ। ਅਤੇ ਨਾ ਕੁੜੀ ਦੇ ਪੇਰੈਂਟਸ ਮੁੰਡੇ ਦੇ ਪੇਰੈਂਟਸ ਦੇ ਖਿਲਾਫ ਕੁਛ ਕਰ ਸਕਦੇ ਆ, ਮੁੰਡੇ ਦੇ ਪੇਰੈਂਟਸ ਕੁੜੀ ਦੇ ਪੇਰੈਂਟਸ ਦੇ ਖਿਲਾਫ ਕਰ ਸਕਦੇ ਆ। ਮੁੰਡਾ ਕੁੜੀ ਇੱਕ ਦੂਜੇ ਦੇ ਖਿਲਾਫ ਪ੍ਰੋਸੀਡਿੰਗ ਸਟਾਰਟ ਹੋ ਵੀ ਜਾਂਦੀਆਂ, ਮਗਰ ਕਿਉਂਕਿ ਉਹ ਇੰਨੇ ਦੂਰ ਹੈ, ਹਿੰਦੁਸਤਾਨ ਬੈਠ ਕੇ ਤੁਸੀਂ ਕੈਨੇਡੀਅਨ ਸਿਟੀਜ਼ਨ ਦੇ ਖਿਲਾਫ ਕੁਛ ਨਹੀਂ ਕਰ ਸਕਦੇ, ਕੈਨੇਡਾ ਵਿੱਚ ਜਾ ਕੇ ਤੁਸੀਂ ਇੰਡੀਅਨ ਸਿਟੀਜ਼ਨ ਦਾ ਕੁਛ ਨਹੀਂ ਕਰ ਸਕਦੇ। ਔਰ ਜਾਣਾ ਇੱਕ ਬੰਦਾ ਪਹੁੰਚ ਜਾਂਦਾ ਹੈ, ਦੂਜਾ ਬੰਦੇ ਨੂੰ ਜਾਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਤਾਂ ਤੁਸੀਂ ਉਸ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਨੂੰ ਬੀਟ ਕਰਨ ਲਈ ਤਾਂ ਇੱਕ ਸਾਰਾ ਕੁਛ ਕੀਤਾ ਸੀ ਕਿ ਇੱਕ ਵਾਰੀ ਵਿਆਹ ਚਾਹੇ ਨਕਲੀ ਹੋਵੇ, ਬਿਨਾਂ ਪਿਆਰ ਤੋਂ ਹੋਵੇ, ਇੱਕ ਵਾਰੀ ਉਹ ਪਹੁੰਚ ਗਈ ਤਾਂ ਮੈਨੂੰ ਵਿਆਹ ਦੇ ਬੇਸ 'ਤੇ ਮੈਨੂੰ ਬੁਲਾ ਲਏਗੀ। ਤਾਂ ਜਦੋਂ ਜਿਹਦੀ ਬੁਨਿਆਦ ਹੀ ਦੇਖੋ, ਮੈਂ ਤਾਂ ਬੜੇ ਕੇਸ ਜਾਣਦਾ ਜਿੱਥੇ ਬੰਦੇ ਗਏ ਔਰ 10-10 ਸਾਲ ਵੀ ਆਪਣੇ ਵਾਈਫ ਨੂੰ ਲੈਣ ਵਾਪਸ ਆਏ। ਜਿੱਥੇ ਪਿਆਰ ਹੁੰਦਾ ਹੈ ਉੱਥੇ ਕੋਈ ਮਤਲਬ ਹੀ ਨਹੀਂ, ਉੱਥੇ ਕੰਟਰੈਕਟ ਦੀ ਲੋੜ ਹੀ ਨਹੀਂ। ਉੱਥੇ ਤਾਂ ਪਿਆਰ ਦੇ ਵਿੱਚ ਇੰਨੀਆਂ ਕਹਾਣੀਆਂ, ਜਿੱਥੇ ਪਿਆਰ ਸੀ ਸਿਰਫ ਵਿਆਹ ਵੀ ਨਹੀਂ ਸੀ ਕਰਾਇਆ, ਮੁੰਡਾ ਚਲਾ ਗਿਆ ਜਾਂ ਕੁੜੀ ਚਲੇ ਗਈ, ਉਹਨੇ 10-10 15 ਸਾਲ ਤੋਂ ਉੱਥੇ ਪੱਕੇ ਨਹੀਂ ਹੋ ਸਕੇ, ਜਿੱਦਣ ਪੱਕੇ ਹੋਏ ਵਾਪਸ ਆ ਕੇ ਵਿਆਹ ਕਰਾ ਕੇ ਫਿਰ ਗਏ। ਅਤੇ ਇਹੋ ਜਿਹੀਆਂ ਕਹਾਣੀਆਂ ਵੀ ਹੈਗੀਆਂ। ਅੱਛਾ, ਵੈਸੇ ਇੱਕ ਆਖਰੀ ਸਵਾਲ ਹੈ ਕਿ ਹੁਣ ਆਪਾਂ ਬਾਹਰ ਦੀ ਗੱਲ ਕੀਤੀ ਹੈ, ਜੇ ਇੱਥੇ ਹੀ ਕਿਸੇ ਦੀ ਘਰ ਵਾਲੀ ਕਿਸੇ ਨੂੰ ਧੋਖਾ ਦੇ ਦਿੰਦੀ ਹੈ ਜਾਂ ਪੈਸੇ ਲੈ ਕੇ ਚਲੇ ਜਾਂਦੀ ਹੈ, ਇੰਡੀਆ ਦੇ ਕਿਸੇ ਸਟੇਟ ਵਿੱਚ ਜਾ ਕੇ ਰਹਿੰਦੀ ਹੈ, ਫਿਰ ਕੇਸ ਹੋ ਸਕਦਾ। ਆਪਾਂ ਬਾਹਰ ਦੀ ਗੱਲ ਕਰ ਲਈ, ਚਲੋ ਅਲੱਗ ਕਾਨੂੰਨ ਹੈ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਕਿ ਇੰਡੀਆ ਵਿੱਚ ਲਾ ਕਹਿੰਦਾ? ਇੰਡੀਆ ਵਿੱਚ ਜੇ ਤਾਂ ਕੰਟਰੈਕਟ ਇਹ ਹੈ ਕਿ ਆਹ ਲੈ 20 ਲੱਖ ਰੁਪਇਆ ਤਾਂ ਤੂੰ ਮੇਰੇ ਨਾਲ ਹੀ ਰਹਿਣਾ, ਤਾਂ ਡਿਵੋਰਸ ਨਹੀਂ ਕਰਨਾ, ਅਤੇ ਇਹ ਕਾਨੂੰਨ ਵਿੱਚ ਅਵੈਧ ਹੈ, ਵਰਜਿਤ ਹੈ ਇੱਦਾਂ ਦੇ ਕੰਟਰੈਕਟ। ਸਾਡੇ ਕੰਟਰੈਕਟ ਐਕਟ ਦੇ ਹਿਸਾਬ ਨਾਲ ਹੋ ਨਹੀਂ ਸਕਦੇ ਇੱਦਾਂ? ਨਹੀਂ ਹੋ ਸਕਦਾ।
ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਆਰ.ਐਸ. ਬੈਂਸ, ਸੀਨੀਅਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ। ਜਿਹੜੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਬਾਹਰ ਜਾਂਦੇ ਸਨ, ਇੰਟਰਵਿਊ ਸੁਣ ਲਿਆ ਹੋਣਾ ਤੁਸੀਂ ਕਿ ਕਿਤੇ ਵੀ ਉਹ ਵੈਲਿਡ ਨਹੀਂ ਹੈਗਾ। ਕੰਟਰੈਕਟ ਮੈਰਿਜ ਕਰਵਾ ਕੇ ਜਾਂਦੇ ਹੋ, ਇੱਕ ਵਪਾਰ ਹੈ। ਜਿਵੇਂ ਬੈਂਸ ਸਾਹਿਬ ਕਹਿੰਦੇ ਸੀ, ਇਹੋ ਜਿਹੇ ਬਹੁਤ ਕੇਸ ਦੇਖੇ ਨੇ। 10 ਸਾਲ ਬਾਅਦ ਵੀ ਘਰ ਵਾਲੇ ਜਾਂ ਘਰ ਵਾਲੀਆਂ ਆਪਣੇ ਇੱਥੋਂ ਜੀਵਨ ਸਾਥੀ ਲੈ ਕੇ ਗਈਆਂ ਨੇ, ਪਰ ਤੁਸੀਂ ਕੰਟਰੈਕਟ ਮੈਰਿਜ ਕਰਵਾ ਕੇ ਜਾਂਦੇ ਹੋ, ਕਿਤੇ ਵੀ ਤੁਸੀਂ ਉਸ ਦੀ ਕੇਸ। ਸਰ ਇੱਕ ਹੋਰ ਸਵਾਲ ਹੈ ਕਿ ਜਿਸ ਤਰ੍ਹਾਂ ਪੁਲਿਸ ਵਿੱਚ ਹੁਣ ਲੋਕੀ ਜਾ ਰਹੇ ਨੇ ਵੀ ਸਾਡਾ ਧੋਖਾ ਹੋ ਗਿਆ, ਕਿ ਪੁਲਿਸ ਵੀ ਐਫ ਆਈ ਆਰ ਕੱਟ ਸਕਦੀ ਹੈ ਇਹਨਾਂ ਉੱਤੇ? ਪੁਲਿਸ ਤਾਂ ਐਕਚੁਅਲੀ ਬਹੁਤ FIR ਝੂਠੀ ਕਾਨੂੰਨ ਦੇ ਖਿਲਾਫ ਕੱਢ ਦਿੰਦੀ ਹੈ, ਕੱਟ ਸਕਦੀ ਹੈ, ਕਿਉਂਕਿ ਤੁਸੀਂ ਕਹਣਗੇ ਤੁਸੀਂ ਕਹਾਣੀ ਝੂਠੀ ਬਣਾਉਣੀ ਪਏਗੀ। ਜੇ ਸੱਚਾਈ ਨਾਲ ਸਾਰੇ ਫੈਕਟਸ ਦੱਸੋਗੇ ਤਾਂ ਕੋਈ ਕੇਸ ਨਹੀਂ ਬਣਦਾ। ਸੋ ਪੁਲਿਸ ਝੂਠ ਬੋਲ ਕੇ ਜ਼ਰੂਰ ਕਹਿ ਸਕਦੀ ਕਿ ਸਾਨੂੰ ਕਿਹਾ ਸੀ ਕਿ ਐਂ ਕਰਾਂਗੇ, ਸਾਨੂੰ ਧੋਖਾ ਦਿੱਤਾ ਹੈ। ਚੀਟਿੰਗ ਦਾ ਕੇਸ ਬਣ ਜਾਂਦਾ ਹੈ, ਮਗਰ ਉਹਦੇ 'ਚ ਫਿਰ ਉਹਨਾਂ ਨੂੰ ਸ਼ਾਦੀ ਬਾਰੇ ਨਹੀਂ ਕਹਿਣਾ ਪਏਗਾ, ਉਹਨੂੰ ਬਾਕੀ ਚੀਜ਼ਾਂ ਦੀ ਗੱਲਾਂ ਕਰਨੀ ਪੈਣਗੀਆਂ। ਸ਼ਾਦੀ ਬਾਰੇ ਕਹਿੰਦੇ ਆ, ਫਿਰ ਜੱਜ ਐਕਸੈਪਟ ਕਰ ਲੂਗਾ ਉਸ ਕੇਸ ਨੂੰ? ਤਾਂ ਫਿਰ ਤਾਂ ਇਨਵੈਲਿਡ ਹੋ ਜਾਏਗਾ ਨਾ। ਜੇ ਸ਼ਾਦੀ ਦੇ ਵਿੱਚ ਕੰਸੀਡਰੇਸ਼ਨ ਆ ਗਿਆ ਕਿ ਮੈਂ ਸ਼ਾਦੀ ਇਸ ਲਈ ਕਰਾਈ ਸੀ ਇਸ ਕਰਕੇ, ਫਿਰ ਤਾਂ ਉਹ ਕੰਟਰੈਕਟ ਇਨਵੈਲਿਡ ਨਹੀਂ ਹੈ, ਆਫੈਂਸ ਵੀ ਨਹੀਂ ਬਣਦਾ। ਵਿਆਹ ਦੀ ਗੱਲ ਨਾ ਕਰਨ, ਹੋ ਜਿਹੜਾ ਮਰਜ਼ੀ ਕਰ ਇਹ ਕਰ ਸਕਦੇ ਤੁਸੀਂ ਕਿ ਚੀਟਿੰਗ ਕਰ ਲਈ। ਹੁਣ ਸੋਚਣਾ ਤੁਸੀਂ ਹੈ ਵੀ ਕੰਟਰੈਕਟ ਮੈਰਿਜ ਕਰਕੇ ਜੋ ਬਾਹਰ ਜਾਂਦੇ ਨੇ ਕਿਤੇ ਵੀ ਵੈਲਿਡ ਨਹੀਂ ਹੈਗਾ। ਤੁਸੀਂ ਕੇਸ ਜਾਂ FIR ਤਾਂ ਦਰਜ ਕਰਵਾ ਸਕਦੇ ਹੋ ਪੁਲਿਸ ਸਟੇਸ਼ਨ ਦੇ ਵਿੱਚ, ਪਰ ਕੀ ਕੋਰਟ ਉਸ ਨੂੰ ਜਾ ਕੇ ਐਕਸੈਪਟ ਕਰੂਗਾ? ਇਹ ਵੀ ਕਿਤੇ ਨਾ ਕਿਤੇ ਸਵਾਲ ਹੈ। ਤੇ ਦੂਸਰੇ ਪਾਸੇ ਜਿੰਨੀਆਂ ਕੁੜੀਆਂ ਜਾਂ ਮੁੰਡੇ ਬਾਹਰ ਗਏ ਨੇ, ਇੱਕ ਵਪਾਰ ਕਹਿ ਲਓ, ਜੇ ਕਿਸੇ ਨੇ ਕਿਸ ਨੂੰ ਇਸਤੇਮਾਲ ਕੀਤਾ, ਜਿਵੇਂ ਬੈਂਸ ਸਾਹਿਬ ਕਹਿ ਰਹੇ ਸੀ ਕਿ ਰੋਹ ਪੈਦਾ ਹੋ ਜਾਂਦਾ ਬਾਹਰ ਜਾ ਕੇ ਵੀ ਠੀਕ ਉਹਨੇ ਮੈਨੂੰ ਇਸਤੇਮਾਲ ਕੀਤਾ, ਹੁਣ ਮੈਂ ਕਿਉਂ ਉਹਨੂੰ ਬੁਲਾਵਾ। ਮੁੰਡਾ ਚਾਹੇ ਕੁੜੀ ਹੈ,